ਸਤਿ ਸ਼੍ਰੀ ਅਕਾਲ। ਅੱਜ ਪੰਜਾਬ ਪੁਲਿਸ ਦੇ ਵਿੱਚ ਸਾਡੇ ਵਿੱਚ ਬਹੁਤ ਵੱਡੇ ਪੰਜਾਬ ਦੇ ਜਿਹੜੇ ਔਰ ਪੂਰੇ ਨੇਸ਼ਨ ਦੇ ਹਿਸਟੋਰੀਅਨ ਇਸ ਸਮੇਂ ਆਰਮੀ ਨੂੰ ਦੇਖ ਰਹੇ ਹੈ। ਕਰਨਲ ਨਿਤਿਨ ਚੰਦਰਾ ਜੀ ਆਪਣੇ ਵਿੱਚ ਹੈ। ਆਪ ਇਸ ਸਮੇਂ 2017 ਦੇ ਵਿੱਚ ਰਿਟਾਇਰ ਹੋ ਕੇ ਚੰਡੀਗੜ੍ਹ ਦੇ ਵਿੱਚ ਨਿਵਾਸ ਕਰ ਰਹੇ ਹੋ ਤੇ ਇਹਨਾਂ ਦੇ ਬਾਰੇ ਥੋੜਾ ਜਿਹਾ ਮੈਂ ਦੱਸਣਾ ਚਾਹੁੰਦਾ ਕਿ ਇਹਨਾਂ ਨੂੰ ਜਿਹੜਾ ਕਮਿਸ਼ਨ ਹੋਇਆ ਆਰਮੀ ਦੇ ਵਿੱਚ 45 ਕੈਲਰੀ ਦੇ ਵਿੱਚ ਹੋਏ। ਉਸ ਤੋਂ ਬਾਅਦ ਇਹਨਾਂ ਨੇ ਆਪਰੇਸ਼ਨ ਵਿਜੇ ਔਰ ਪ੍ਰਕਰਮ ਦੇ ਵਿੱਚ ਵੀ ਭਾਗ ਲਿੱਤਾ। ਫਿਰ ਉਸ ਤੋਂ ਬਾਅਦ ਡੈਪੂਟੇਸ਼ਨ ਦੇ ਵਿੱਚ ਰਹੇ ਹੈ ਅਸਾਮ ਰਾਈਫਲਸ ਦੇ ਵਿੱਚ, ਜਿਹੜੀ ਕਿ ਮਿਨਿਸਟਰੀ ਆਫ ਹੋਮ ਅਫੇਅਰਸ ਦੇ ਅੰਡਰ ਆਉਂਦੀ ਹੈ। ਤੇ ਇਹਨਾਂ ਨੇ ਉਹਦੇ ਵਿੱਚ ਜੰਮੂ ਕਸ਼ਮੀਰ ਔਰ ਕਈ ਇੱਦਾਂ ਦੇ ਰੀਜਨਸ ਜਿੱਥੇ ਇਹਨਾਂ ਨੇ ਪਾਰਟਿਸਿਪੇਟ ਕੀਤਾ। ਔਰ ਇਹਨਾਂ ਦੀ ਸਪੈਸ਼ਲਾਈਜੇਸ਼ਨ ਰਹੀ ਹੈ ਮਿਲਟਰੀ। 2003 ਦੇ ਵਿੱਚ ਇਹਨਾਂ ਨੂੰ ਮਿਲਟਰੀ ਇੰਟੈਲੀਜੈਂਸ ਦੇ ਵਿੱਚ ਚਲੇ ਗਏ। ਉਸ ਤੋਂ ਬਾਅਦ ਜਿਹੜੀ ਸਪੈਸ਼ਲਾਈਜੇਸ਼ਨ ਰਹੀ ਹੈ ਇਹਨਾਂ ਦੀ ਸੈਟੇਲਾਈਟ ਇਮੇਜਰੀ ਇੰਟੈਲੀਜੈਂਸ, ਉਹਦੇ ਵਿੱਚ ਰਹੇ ਹੈ। ਤੇ ਇਸ ਤਰ੍ਹਾਂ ਇਹਨਾਂ ਨੇ ਲਗਭਗ ਇੰਡੀਆ ਦੇ ਕਾਫੀ ਜੰਗਲ ਤੋਂ ਲੈ ਕੇ, ਜਿੱਦਾਂ ਕਹਿੰਦੇ ਰਾਜਸਥਾਨ ਦੇ ਜੰਗਲ ਤੋਂ ਲੈ ਕੇ J&K ਦੇ ਉੱਪਰ ਤੱਕ, ਸਿੱਕਮ ਤੱਕ ਵੀ ਇਹਨਾਂ ਦੀ ਪੋਸਟਿੰਗ ਰਹੀ ਹੈ। ਸਾਰੀ ਇੰਟੈਲੀਜੈਂਸ ਕੀਤੀ ਹੈ ਔਰ ਇਸ ਤਰ੍ਹਾਂ ਦੇ ਸ਼ਖਸੀਅਤ ਦੇ ਮਾਲਿਕ ਹੈ। ਅੱਜ ਸਾਡੇ ਵਿੱਚ ਆਏ ਹੈ। ਪੰਜਾਬ ਪੁਲਿਸ ਇਹਨਾਂ ਦਾ ਸਵਾਗਤ ਕਰਦਾ ਹੈ। ਸਰੋਤਿਆਂ ਵੱਲੋਂ ਵੀ ਸਵਾਗਤ ਹੈ, ਪੰਜਾਬ ਪੁਲਿਸ ਵੱਲੋਂ ਵੀ ਸਵਾਗਤ ਹੈ। ਨਿਤਿਨ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੇ ਅੱਜ ਦਾ ਜਿਹੜਾ ਵਿਸ਼ੇ ਹੈ ਉਹ, ਕਿਉਂਕਿ ਜਦੋਂ ਇਹਨਾਂ ਦੇ 2-3 ਆਰਟੀਕਲ ਪਬਲਿਸ਼ ਹੋਏ ਹੈ, ਆਪਣੇ ਨੋਟਿਸ 'ਚ ਆਏ ਹੈ, ਹਿੰਦੁਸਤਾਨ ਟਾਈਮਸ 'ਚ ਵੀ ਆਏ ਹੈ, ਟਾਈਮਸ ਆਫ ਇੰਡੀਆ ਦੇ ਵਿੱਚ ਆਏ ਹੈ। ਇੱਕ ਅੱਜ ਕੱਲ 50 ਸਾਲ ਦਾ ਸੀ ਬੰਗਲਾਦੇਸ਼ ਬਣਨ ਦਾ ਬਣਾ ਰਿਹਾ, ਪਰ ਬੰਗਲਾਦੇਸ਼ ਕਿੱਦਾਂ ਬਣਿਆ, ਕਿੱਦਾਂ ਸ਼ੁਰੂਆਤ ਹੋਈ, ਕਿਹੜੀ ਕਿਹੜੀ ਬੈਟਲਸ ਹੋਈ, ਉਸ ਬੈਟਲ ਦੇ ਉੱਪਰ ਕਰਨਲ ਨਿਤਿਨ ਜੀ ਨੇ ਕਾਫੀ ਕੁਝ ਲਿਖਿਆ ਹੈ। ਤੇ ਅੱਜ ਜਿਹੜਾ ਸਾਡਾ ਵਿਸ਼ੇ ਹੈ, ਟੌਪਿਕ ਹੈ, ਜਿਹੜਾ ਕਰਨਲ ਨਿਤਿਨ ਸਾਹਿਬ ਜੀ ਨੇ ਦੇ ਨਾਲ ਗੱਲ ਹੋਈ ਸੀ, ਗਰੀਬਪੁਰ ਦੀ ਬੈਟਲ ਹੋਈ ਹੈ। ਉਸ ਬੈਟਲ ਦੇ ਵਿੱਚ ਕਹਿੰਦੇ ਸਾਰਾ ਦਾ ਸਾਰਾ ਜਿਹੜਾ ਹੈ ਲਿਬਰੇਸ਼ਨ ਆਫ ਬੰਗਲਾਦੇਸ਼ ਦੀ ਇੱਕ ਸਥਾਪਨਾ ਹੋਈ। ਉਸ ਦੇ ਬਾਰੇ ਅਸੀਂ ਕਰਨਲ ਨਿਤਿਨ ਤੋਂ ਜਾਣਾਂਗੇ। ਕਰਨਲ ਨਿਤਿਨ ਜੀ, ਥੋੜਾ ਜਿਹਾ ਇਸ ਬਾਰੇ ਸਾਨੂੰ ਗਰੀਬਪੁਰ ਦਾ ਜਿਹੜਾ ਇਤਿਹਾਸ, ਇਸ ਬੈਟਲ ਦੇ ਬਾਰੇ ਥੋੜਾ ਦੱਸੋ, ਉਹਦੀ ਰੈਲੀਵੈਂਸੀ ਕੀ ਸੀ ਕਰਨਲ ਜੀ? Thank you, Sindar ji. Thank you very much for inviting me for this talk. ਗਰੀਬਪੁਰ ਦੀ ਜਿਹੜੀ ਲੜਾਈ ਹੈ, ਇਹ ਬੜੀ ਇੱਕ ਅਹਿਮ ਲੜਾਈ ਰਹੀ ਹੈ। ਇਹਦੇ ਬਾਰੇ ਤੁਹਾਨੂੰ ਵੈਸੇ ਵੀ ਘੱਟ ਪਤਾ ਚੱਲਿਆ ਹੋਣਾ, ਬਿਕੋਜ਼ ਆਫੀਸ਼ੀਅਲੀ ਜਿਹੜੀ ਇੰਡੋ ਪਾਕ ਵਾਰ ਹੈ, ਜੇ ਆਪਾਂ ਦੇਖੀਏ ਤਾਂ ਰਿਕਾਰਡ ਚਾਹੁੰਦਾ ਹੈ ਕਿ 3 ਦਸੰਬਰ ਤੋਂ ਸਟਾਰਟ ਹੋਈ ਸੀਗੀ, ਬਟ ਦੈਟ ਵਾਜ਼ ਨਾਟ ਸੋ। ਦ ਬੈਟਲ ਆਫ ਗਰੀਬਪੁਰ ਟੁਕ ਪਲੇਸ ਔਨ 21 of November 1971, यानी कि ऑफिशियल डिक्लेरेशन तो 12 दिन पहला ये लड़ाई हो चुकी सी। 3 ਦਸੰਬਰ ਤੋਂ ਪਹਿਲੇ ਸਟਾਰਟ ਹੋ ਚੁੱਕਾ ਸੀਗਾ। हाँ जी, 21 ਨਵੰਬਰ ਨੂੰ ਇਹ ਲੜਾਈ ਹੋ ਚੁੱਕੀ ਸੀ। ਸੋ ਦੈਟ ਇਜ਼ ਦ ਰੈਲੇਵੈਂਸ ਆਫ ਦਿਸ ਬੈਟਲ। ਇਹ ਜਿਹੜੀ ਲੜਾਈ ਸੀ, ਹੋਇਆ ਕੀ ਸੀ ਕਿ ਜਨਰਲ ਏਰੀਆ ਈਸਟ ਪਾਕਿਸਤਾਨ, ਜਿਹਨੂੰ ਆਪਾਂ ਹੁਣ ਬੰਗਲਾਦੇਸ਼ ਕਹਿੰਦੇ ਆ, ਇਹ ਉਧਰ ਹੋਈ ਸੀ ਇਨ ਦ ਲਾਈਨ ਆਫ ਜਸੋਰ। ਜਸੋਰ ਤੋਂ ਪਹਿਲਾਂ ਆਪਾਂ ਬਾਰਡਰ ਜਿਸ ਵੇਲੇ ਕ੍ਰਾਸ ਕਰਨੇ ਆ, ਉੱਥੇ ਇੱਕ ਦਰਿਆ ਸੀ, ਉਹਦਾ ਨਾਂ ਸੀ ਕਬਦਕ ਰਿਵਰ। ਉਹਨੂੰ ਕ੍ਰਾਸ ਕਰਕੇ ਇੱਕ ਥੋੜਾ ਜਿਹਾ ਅੱਗੇ ਜਾ ਕੇ ਪਿੰਡ ਆਂਦਾ ਹੈ, ਉਹਦਾ ਨਾਂ ਸੀ ਗਰੀਬਪੁਰ। ਤੇ ਇਹ ਟਾਸਕ ਦਿੱਤਾ ਗਿਆ ਸੀ ਬਾਈ 9 ਇਨਫੈਂਟਰੀ ਡਿਵੀਜ਼ਨ, ਜਿਨ੍ਹਾਂ ਦੇ GOC ਸੀ ਜਨਰਲ ਦਲਬੀਰ ਸਿੰਘ ਜੀ। ਉਹਨਾਂ ਨੇ ਟਾਸਕ ਦਿੱਤਾ ਸੀ ਕਿ ਉੱਥੇ ਜਾ ਕਰਕੇ ਤੁਸੀਂ ਪਹਿਲਾਂ ਜਾ ਕੇ ਆਪਣੀ ਰਿਕੋਨੈਸੈਂਸ ਕਰੋ ਤੇ ਥੋੜਾ ਜਿਹਾ ਏਰੀਆ ਦੇਖੋ, ਫੜ ਲਓ, ਤਾਂ ਕਿ ਅਗਲੇ ਆਪਰੇਸ਼ਨ ਵਾਸਤੇ ਸਾਨੂੰ ਆਸਾਨੀ ਹੋ ਜਾਵੇ। ਤੇ ਇਹ ਟਾਸਕ ਦਿੱਤਾ ਗਿਆ 14 ਪੰਜਾਬ ਨਾਭਾ ਅਕਾਲ ਬਟਾਲੀਅਨ ਨੂੰ ਤੇ ਚਾਰਲੀ ਸਕੁਆਡਰਨ 45 ਕੈਵਲਰੀ। ਇਹ ਜਿਹੜੀ ਸੀ ਇਹ ਸ਼ੁਰੂਆਤ ਸੀਗੀ। ਇਥੋਂ ਉਹਦੇ ਬਾਅਦ ਫਿਰ ਅਗਲਾ ਐਕਸ਼ਨ ਇਹਦੇ ਬਾਅਦ ਸਟਾਰਟ ਹੋਇਆ। ਠੀਕ ਸਰ, ਇਹਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਆ ਤੇ ਕਹਿੰਦੇ ਵੀ ਜਿਹੜੀ ਇਹ ਫਾਈਟਿੰਗ ਹੋਈ ਹੈ, ਜਿਹੜੀ ਲੜਾਈ ਹੋਈ ਹੈ, ਇਸ ਦੇ ਵਿੱਚ ਕੁਝ ਬਹੁਤ ਚੀਜ਼ਾਂ ਵਿਸ਼ੇਸ਼ ਹੋਈਆਂ। ਉਹ ਚੀਜ਼ਾਂ ਦੇ ਬਾਰੇ ਥੋੜਾ ਦੱਸੋ ਵੀ ਜਿੱਦਾਂ ਆਰਮੀ ਦੇ ਵਿੱਚ ਜਿਹੜੇ ਆਪਣੇ ਅਫਸਰਸ ਗਏ, ਉਹਨਾਂ ਦਾ ਕਿਆ ਉਸ ਸਮੇਂ ਮਨੋਸਥਿਤੀ ਸੀਗੀ, ਤਾਂ ਅੱਗੋਂ ਕਿਆ ਰਿਟੈਲੀਏਸ਼ਨ ਸੀਗੀ, ਉਸ ਦੇ ਬਾਰੇ ਥੋੜਾ ਜਿਹਾ ਸਾਡੇ ਸਰੋਤਿਆਂ ਨੂੰ ਦੱਸੋ ਚਲੋ ਜਰੂਰ। ਇਹ ਜਿਹੜੀ ਇਤਿਹਾਸ ਵਿੱਚ ਇਹ ਬਹੁਤ ਹੀ ਇੱਕ ਅਹਿਮ ਲੜਾਈ ਇਸ ਵਾਸਤੇ ਹੈ ਕਿ ਜਿਸ ਵੇਲੇ ਦੋ ਬਰਾਬਰ ਦੀਆਂ ਯੂਨਿਟਾਂ ਆਪਸ ਚ ਲੜਨ ਤੇ ਇਨਵੇਰੀਏਬਲੀ ਮੰਨ ਕੇ ਚੱਲੋ ਕਿ ਹਾਦਸਾ ਬਰਾਬਰ ਦਾ ਹੋਣਾ ਚਾਹੀਦਾ। ਇਸ ਲੜਾਈ ਦੀ ਖਾਸੀਅਤ ਇਹ ਸੀਗੀ, ਜਿਹਦਾ ਮੈਂ ਬਿਊਰਾ ਬਾਅਦ ਚ ਦੱਸੂਗਾ, ਇਹਦੀ ਖਾਸੀਅਤ ਇਹ ਸੀਗੀ ਕਿ ਇੱਕ ਸਾਡਾ ਚਾਰਲੀ ਸਕੁਆਡਰਨ ਸੀ, ਇੱਕ ਉਹਨਾਂ ਦਾ 3 ਇੰਡੀਪੈਂਡੈਂਟ ਸਕੁਆਡਰਨ ਸੀ। ਟੈਂਕ ਨਫਰੀ ਬਰਾਬਰ ਸੀਗੀ। ਇਸ ਦੇ ਵਿੱਚ ਸਾਡੇ 2 ਟੈਂਕ ਬਰਬਾਦ ਹੋਏ ਤੇ ਉਹਨਾਂ ਦੇ 10 ਟੈਂਕ ਬਰਬਾਦ ਹੋਏ ਤੇ 11 ਟੈਂਕ ਬਰਬਾਦ ਹੋਏ ਤੇ 3 ਛੱਡ ਕੇ ਭੱਜ ਗਏ। ਉਹ ਮੈਦਾਨ ਇੱਕ ਕਿਸਮ ਨਾਲ ਉਸ ਇਲਾਕੇ ਵਿੱਚ ਉਹੀ ਸਕੁਆਡਰਨ ਸੀਗਾ ਉਹਨਾਂ ਦੇ ਕੋਲ, ਪੂਰਾ ਜਿਹੜਾ ਸੀ ਜਸੋਰ ਤੋਂ ਲੈ ਕੇ ਥੱਲੇ ਸਾਊਥ ਖੁਲਨਾ ਤੱਕ ਉਹਨਾਂ ਦੇ ਕੋਲ ਇੱਕੋ ਸਕੁਆਡਰਨ ਸੀਗਾ।
ਉਹ ਉਹਨਾਂ ਨੇ ਪੂਰਾ ਦਾ ਪੂਰਾ ਸਕੁਆਡਨ ਆਪਾਂ 21 ਨਵੰਬਰ ਨੂੰ ਹੀ ਪੂਰਾ ਸਕੁਆਡਨ ਗਵਾ ਦਿੱਤਾ। ਉਹਦੇ ਬਾਅਦ ਉਹਨਾਂ ਦੇ ਅੱਗੇ ਲੜਾਈ ਵਾਸਤੇ ਕੋਈ ਆਰਮਡ ਰੈਜੀਮੈਂਟ, ਆਰਮਡ ਸਕੁਆਡਨ, ਆਰਮਡ ਟੈਂਕ ਨਹੀਂ ਬਚੇ ਇਹਦੇ ਬਾਅਦ। ਇਹ ਬਹੁਤ ਭੀਸ਼ਣ ਲੜਾਈ ਹੋਈ ਸੀ। ਇਹ ਕੁਝ ਇਹਨਾਂ ਦਾ ਕੁਝ ਟਾਈਮ ਡਿਊਰੇਸ਼ਨ ਕਿੰਨਾ ਰਿਹਾ ਹੈ? ਆਪਣੇ ਭਾਰਤ ਦੇ ਸਿਪਾਹੀ ਜਿਹੜੇ ਸੀਗੇ, ਜਿਹੜੇ ਉਸ ਸਮੇਂ ਸੀ, ਆਪਣਾ ਕਿੰਨਾ ਕੁ ਨੁਕਸਾਨ ਹੋਇਆ? ਜਿੱਦਾਂ ਤੁਸੀਂ ਦੱਸਿਆ ਉਹਨਾਂ ਦੀ ਪੂਰੀ ਸਕੁਆਡਨ ਚਲੇਗੀ। ਉਹਨਾਂ ਦੇ ਟੈਂਕ, ਉਹਨਾਂ ਨੇ 11 ਟੈਂਕ ਉਹਨਾਂ ਦੇ ਬਰਬਾਦ ਹੋਏ, 3 ਉਹ ਠੀਕ ਠਾਕ ਛੱਡ ਕੇ ਭੱਜ ਗਏ, 2.5 ਟੈਂਕ ਬਰਬਾਦ ਹੋਏ। ਠੀਕ ਹੈ। ਤੇ ਇਹਦੇ ਚ ਜਿਹੜਾ ਹਾਦਸਾ ਹੋਇਆ ਹੈ, ਸਾਡੇ ਉਹਨਾਂ ਜਿਹੜੇ ਸਕੁਆਡਨ ਕਮਾਂਡਰ ਸੀ ਮੇਜਰ ਦਲਜੀਤ ਸਿੰਘ ਨਾਰਗ, ਉਹ ਮਰਨੋਪਰਾਂਤ ਉਹਨਾਂ ਨੂੰ ਮਹਾਵੀਰ ਚੱਕਰ ਨਾਲ ਦੋਨਾਂ ਅਵਾਰਡ ਕੀਤਾ ਗਿਆ ਉਹਨਾਂ ਨੂੰ। ਓਕੇ। ਉਹਦੇ ਬਾਅਦ ਸਾਡਾ ਇੱਕ ਮਹਾਵੀਰ ਚੱਕਰ, ਇੱਕ BRC ਵੀ ਸਾਨੂੰ ਇਹਦੇ ਵਿੱਚ ਮਿਲਿਆ ਸੀ। ਸਾਡੇ ਨਾਲ ਜਿਹੜੀ ਇਨਫੈਂਟਰੀ ਬਟਾਲੀਅਨ ਸੀ 14 ਪੰਜਾਬ, ਉਹਨਾਂ ਦੇ CO ਸਾਹਿਬ ਨੂੰ ਵੀ ਮਹਾਵੀਰ ਚੱਕਰ ਦਿੱਤਾ ਗਿਆ। ਇੱਕ ਹੋਰ ਉਹਨਾਂ ਦਾ ਮੁੰਡਾ ਸੀ ਲੇਖ ਰਾਜ, ਉਹਨੇ ਵੀ ਇੱਕ ਟੈਂਕ ਬਰਬਾਦ ਕੀਤਾ ਸੀ ਆਪਣੇ RCL ਨਾਲ, ਉਹਨੂੰ ਵੀ ਮਹਾਵੀਰ ਚੱਕਰ ਨਾਲ ਦਿੱਤਾ ਗਿਆ। ਤੇ ਇਸ ਬੈਟਲ ਨੂੰ, ਜਿਹੜਾ ਮੈਂ ਜਦੋਂ ਤੁਹਾਡਾ ਆਰਟੀਕਲ ਪੜ੍ਹਿਆ ਉਹਦੇ ਵਿੱਚ ਤੁਸੀਂ ਲਿਖਿਆ ਵੀ ਇਸ ਬੈਟਲ ਨੂੰ ਬੰਗਲਾਦੇਸ਼ ਦੇ ਜਨਮ ਦੇ ਬਾਰੇ ਚ ਇਹਨੂੰ ਇੰਗਿਤ ਕੀਤਾ ਗਿਆ। ਉਹਦੇ ਬਾਰੇ ਥੋੜਾ ਜਿਹਾ ਦੱਸੋ ਵੀ ਇਹ ਸਿਰਫ ਬੰਗਲਾਦੇਸ਼ ਨੂੰ ਕਿਉਂ ਇੰਗਿਤ ਕੀਤਾ ਗਿਆ ਵੀ ਬੰਗਲਾਦੇਸ਼ ਦਾ ਬਰਥ ਇਸ ਬੈਟਲ ਤੋਂ ਹੋਇਆ? ਦੇਖੋ, ਇਹ ਈਸਟ ਪਾਕਿਸਤਾਨ, ਮੈਂ ਹਲੇ ਬੰਗਲਾਦੇਸ਼, ਮੈਨੂੰ ਈਸਟ ਪਾਕਿਸਤਾਨ ਕਹਿਣਾ, ਈਸਟ ਪਾਕਿਸਤਾਨ ਦੀ ਧਰਤੀ ਦੇ ਉੱਪਰ ਇਹ ਜਿਹੜੀ ਲੜਾਈ ਹੋਈ ਹੈ ਤੇ ਇਹ ਜਿਹੜਾ ਟੈਂਕ ਰਾਉਂਡ ਫਾਇਰ ਹੋਇਆ ਹੈ, ਇਹ ਪਹਿਲਾ ਰਾਉਂਡ ਫਾਇਰ ਹੋਇਆ ਸੀ। ਸਾਡੇ ਕੋਲ ਮੁਕਤੀ ਬਾਹਿਨੀ ਦੇ ਵੀ ਲੋਕ ਸੀਗੇ ਜਿਹੜੇ ਸਾਡੇ ਨਾਲ ਸਾਨੂੰ ਇੰਟੈਲੀਜੈਂਸ ਦੇ ਰਹੇ ਸੀ। ਤੇ ਇਸ ਕਰਕੇ ਇਸ ਬੈਟਲ ਨੂੰ, ਤੇ ਅਗਲੇ ਦਿਨ ਜਿਹੜਾ 에ਅਰਫੋਰਸ ਦਾ ਵੀ ਬੈਟਲ ਹੋਇਆ ਸੀ, ਇਸ ਕਰਕੇ 21 ਨਵੰਬਰ ਨੂੰ ਬੰਗਲਾਦੇਸ਼ ਵਿੱਚ ਆਰਮਡ ਫੋਰਸਿਸ ਡੇ ਦੇ ਤੌਰ ਤੇ ਮਨਾਇਆ ਜਾਂਦਾ ਹੈ। ਮਤਲਬ ਇਹ ਇੰਨੀ ਇੰਪੋਰਟੈਂਸ ਹੈ ਇਸ ਦੀ ਵੀ ਉਹ ਬੰਗਲਾਦੇਸ਼ ਅੱਜ ਇਸ ਨੂੰ ਆਪਣਾ ਆਰਮਡ ਫੋਰਸਿਸ ਡੇ ਬਣਾਉਂਦਾ। ਹਾਂਜੀ। ਤੇ ਇਸ ਦੇ ਵਿੱਚ ਆਪਾਂ ਨੂੰ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਇਹ ਈਸਟ ਪਾਕਿਸਤਾਨ, ਜਦੋਂ ਤੁਸੀਂ ਗੱਲ ਕਰਦੇ 1971 ਤੋਂ ਪਹਿਲੇ ਤਾਂ ਈਸਟ ਪਾਕਿਸਤਾਨ ਸੀਗਾ, ਇਹ ਲਗਭਗ ਆਪਣੀ ਜਿਹੜੀ ਸਰਹੱਦ ਸੀਗੀ ਭਾਰਤ ਦੀ, ਉਸ ਤੋਂ ਕਿੰਨਾ ਅੱਗੇ ਸੀਗਾ ਜਾ ਕੇ? ਕੁਝ ਉਹਦੇ ਬਾਰੇ ਥੋੜਾ ਡਾਇਮੈਂਸ਼ਨਸ ਵਗੈਰਾ ਦੱਸ ਸਕਦੇ ਕੁਝ? ਤਕਰੀਬਨ ਇਹ 20 ਕਿਲੋਮੀਟਰ ਅੰਦਰ ਸੀ ਜੀ। 20 ਕਿਲੋਮੀਟਰ ਅੰਦਰ ਸੀਗਾ। ਤੇ ਇਟ ਮੀਨਸ ਅਸੀਂ ਪਾਕਿਸਤਾਨ ਦੀ ਧਰਤੀ ਤੇ ਜਾ ਕੇ ਲੜਾਈ ਲੜ ਰਹੇ ਸੀ ਇਸ ਵੇਲੇ। ਹਾਂਜੀ, ਬਿਲਕੁਲ, ਉਹਨਾਂ ਦੇ ਧਰਤੀ ਤੇ ਜਾ ਕੇ ਲੜਾਈ ਲੜ ਰਹੇ ਸੀਗੇ। ਆਪਾਂ ਜਾ ਕਰਕੇ ਪਹਿਲੇ ਉਹ ਏਰੀਆ ਆਕਿਊਪਾਈ ਕੀਤਾ ਸੀ ਤਾਂ ਕਿ ਅੱਗੇ ਦੇ ਆਪਰੇਸ਼ਨ ਇਹਦੇ ਉੱਪਰ ਬੇਸ ਕੀਤੇ ਜਾਣ। ਤੇ ਇਸ ਦੇ ਬਾਅਦ ਜਦੋਂ ਹੋਈ ਲੜਾਈ, ਇਹਦੇ ਵਿੱਚ ਇੱਕ ਮੈਂ ਤੁਹਾਡੇ ਆਰਟੀਕਲ ਪੜ੍ਹਦੇ ਇੱਕ ਚੀਜ਼ ਹੋਰ ਪੜ੍ਹੀ ਵੀ ਇਹ ਇੱਕ ਪਹਿਲੀ ਚੀਜ਼ ਸੀਗੀ ਜਿਹਦੇ ਵਿੱਚ ਪਹਿਲੀ ਲੜਾਈ ਸੀਗੀ ਜਿਹਦੇ ਵਿੱਚ ਪਾਰਲੀਮੈਂਟ ਨੇ ਵੀ ਆਪਣੀ ਮਰਿਆਦਾ ਤੋੜਦੇ ਹੋਏ, ਉਸ ਸਮੇਂ ਦੇ ਜਿਹੜੇ ਪ੍ਰਧਾਨ ਮੰਤਰੀ ਸੀ ਇੰਦਰਾ ਗਾਂਧੀ ਨੇ ਇਸ ਨੂੰ ਟੇਬਲ ਕੀਤਾ ਆਪਣੀ ਪਾਰਲੀਮੈਂਟ ਦੇ ਵਿੱਚ। ਉਹਦੇ ਬਾਰੇ ਥੋੜਾ ਜਿਹਾ ਦੱਸੋ ਤਾਂ ਸਾਨੂੰ ਬਹੁਤ ਅੱਛਾ ਲੱਗੇਗਾ। ਹਾਂਜੀ, ਪਾਰਲੀਮੈਂਟ ਵਿੱਚ ਸ਼੍ਰੀਮਤੀ ਇੰਦਰਾ ਗਾਂਧੀ ਜਿਹੜੇ ਪ੍ਰਾਈਮ ਮਿਨਿਸਟਰ ਸੀਗੇ, ਉਹਨਾਂ ਨੇ 24 ਨਵੰਬਰ ਨੂੰ ਪਾਰਲੀਮੈਂਟ ਵਿੱਚ ਇਸ ਬੈਟਲ ਦਾ ਜ਼ਿਕਰ ਕੀਤਾ ਸੀਗਾ। ਤੇ ਉਹਨਾਂ ਨੇ ਨਾਲ ਇਹ ਵੀ ਕਿਹਾ ਸੀਗਾ ਕਿ ਜਿਹੜੇ ਰਿਫਿਊਜੀ ਇੰਡੀਆ ਆ ਰਹੇ ਨੇ ਤੇ ਸਾਡੇ ਪਾਕਿਸਤਾਨ ਉਹਨੂੰ ਸਪੋਰਟ, ਉਹਨਾਂ ਨੂੰ ਪ੍ਰੋਸੀਕਿਊਟ ਕਰ ਰਿਹਾ ਹੈ, ਉਹਦੀ ਧਰਤੀ ਤੇ ਸਾਨੂੰ ਪੁਸ਼ ਕਰ ਰਿਹਾ ਹੈ, ਤੇ ਅਸੀਂ ਉਹਦਾ ਮੂੰਹ ਤੋੜ ਜਵਾਬ ਦੇਵਾਂਗੇ। ਤੇ ਇਹ ਉਹਦੀ ਸ਼ੁਰੂਆਤ ਹੈ। ਇਸੇ ਦੇ ਇਹ 21 ਨਵੰਬਰ ਨੂੰ ਹੋਇਆ ਸੀ ਤੇ 22 ਨਵੰਬਰ ਨੂੰ ਜਿਹੜਾ ਸੈਕੰਡ ਹਮਲਾ ਹੋਇਆ ਹੈ, ਉਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ। 22 ਨਵੰਬਰ ਨੂੰ ਤੇ 21 ਨਵੰਬਰ ਨੂੰ ਇਹਦੇ ਬੈਟਲ ਦੇ ਬਾਅਦ ਪਾਕਿਸਤਾਨੀ 에ਅਰਫੋਰਸ ਨੇ ਸਾਡੇ ਇਸ ਲੋਕੇਸ਼ਨ ਦੇ ਉੱਪਰ ਬੰਬ ਸੁੱਟਣੇ ਸ਼ੁਰੂ ਕਰਤੇ ਸੀਗੇ। ਓਕੇ। ਤੇ ਉਹਨਾਂ ਦੀ 2 ਸੌਟੀਆਂ 22 ਤਰੀਕ ਸਵੇਰੇ ਹੋਈਆਂ ਸੀਗੀਆਂ। ਤੇ ਜਿਹੜੀ 22 ਤਰੀਕ ਜਿਹੜੀ ਲਾਸਟ ਸੌਟੀ ਸੀਗੀ, ਉਹਦੇ ਚ ਸਾਡੇ ਜਿਹੜੇ ਨੈਟ ਸੀਗੇ, ਉਹਨਾਂ ਦੇ ਸੇਬਰ ਜੈਟ ਸੀ, ਸਾਡੇ ਨੈਟ ਸੀਗੇ। ਉਹਨਾਂ ਦੇ ਜਦ ਜਾ ਕੇ ਉਹਨਾਂ ਦਾ ਜਦ ਹੋਇਆ ਆਪਣਾ ਡੌਗ ਫਾਈਟ ਹੋਈ ਹੈ ਹਵਾਈ ਜਹਾਜ਼ ਵਿੱਚ, ਤੇ ਅਸੀਂ ਉਹਨਾਂ ਦੇ 3 ਵਜੇ ਥੱਲੇ ਡਿਗਾਤੇ ਤੇ ਇੱਕ ਉਹਨਾਂ ਦਾ ਵਾਪਸ ਭੱਜ ਕੇ ਚਲਾ ਗਿਆ ਸੀ। ਤੇ ਇਸ ਦੇ ਬਾਅਦ ਉਹਨਾਂ ਦੀ 에ਅਰਫੋਰਸ ਜਿਹੜੀ ਸੀਗੀ ਉਸ ਇਲਾਕੇ ਵਿੱਚ ਖਤਮ ਹੋ ਚੁੱਕੀ ਸੀ। ਯਾਨੀ ਕਿ 21 ਤਰੀਕ ਨੂੰ ਉਹਨਾਂ ਦਾ ਅਸੀਂ ਸਾਰੀ ਆਰਮਡ ਖਤਮ ਕਰਤੀ। 22 ਤਰੀਕ ਨੂੰ ਉਹਨਾਂ ਦੀ 에ਅਰਫੋਰਸ ਦੇ ਜਿਹੜੇ ਸੀਗੇ ਉਹ ਬਰਬਾਦ ਕਰਤੇ ਤੇ ਉਹਨਾਂ ਦੀ 에ਅਰਫੀਲਡ ਵੀ ਜਸੌਰ ਦੀ ਬਰਬਾਦ ਕਰਤੀ ਸੀਗੀ। ਸੋ ਇਸ ਲੜਾਈ ਦੇ ਬਾਅਦ ਇਹਦੀ ਅਹਿਮੀਅਤ ਇਹ ਵੀ ਹੈਗੀ ਹੈ ਕਿ ਇਸ ਤਰੀਕ ਤੋਂ ਲੈ ਕਰਕੇ ਜਦ ਤੱਕ 17 ਦਸੰਬਰ ਨੂੰ ਸਰੈਂਡਰ ਨਹੀਂ ਹੋਇਆ ਹੈ, ਮੈਂ 17 ਇਸ ਵਾਸਤੇ ਕਹਿ ਰਿਹਾ, ਮੈਂ ਗਲਤ ਨਹੀਂ ਕਹਿ ਰਿਹਾ, ਮੈਂ ਉਹਦੇ ਬਾਰੇ ਬਾਅਦ ਚ ਦੱਸੂਗਾ। 17 ਦਸੰਬਰ ਨੂੰ ਸਰੈਂਡਰ ਹੋਇਆ ਹੈ ਤੇ ਫਰੋਮ ਜਸੌਰ ਟੂ ਖੁਲਨਾ there was no armor available, there was no air support available। ਮਤਲਬ ਕਿ ਜਿਹੜਾ ਸਾਨੂੰ ਇੱਕ ਤੁਸੀਂ ਬੜੀ ਵੱਡੀ ਗੱਲ ਦੱਸੀ ਹੈ ਵੀ ਇਸ ਲੜਾਈ ਦੇ ਬਾਅਦ, ਗਰੀਬਪੁਰ ਦੀ ਲੜਾਈ ਤੋਂ ਬਾਅਦ, ਨਾ ਤਾਂ ਉਹਨਾਂ ਕੋਲ ਆਰਮਡ ਫੋਰਸਿਸ ਦੇ ਵਿੱਚ ਕੁਝ ਰਿਹਾ ਸੀਗਾ, ਨਾ ਉਹਨਾਂ ਕੋਲ ਉਹਦੇ ਵਿੱਚ 에ਅਰ ਫੋਰਸ ਦੇ ਵਿੱਚ ਉਹਨਾਂ ਦਾ ਨੁਕਸਾਨ ਹੋ ਚੁੱਕਾ ਸੀ 21 ਔਰ 22 ਨੂੰ। ਤੇ ਜਿਸ ਦੇ ਕਰਕੇ
ਇਹਦਾ ਮਤਲਬ ਜਿਹੜਾ ਸਾਡੀ ਫੋਰਸ ਦਾ ਇੱਕ ਮਨੋਬਲ ਵੀ ਉਸ ਸਮੇਂ ਦੇ ਬਾਰੇ ਦੱਸੋ, ਕਿਉਂਕਿ ਉਸ ਦੇ ਬਾਅਦ ਤੋਂ ਸਾਡਾ ਮਨੋਬਲ ਵੀ ਬਹੁਤ ਵਧਿਆ ਹੋਣਾ ਸੀ ਇਸ ਬਹੁਤ ਵੱਧ ਚੁੱਕਾ ਸੀ ਸਾਡਾ ਮਨੋਬਲ, ਬਿਲਕੁਲ ਸਕਾਈ ਹਾਈ ਹੋ ਚੁੱਕਾ ਸੀਗਾ, ਜਦ ਸਾਨੂੰ ਪਤਾ ਹੈ ਕਿ ਸਾਡੇ ਖਿਲਾਫ ਨਹੀਂ ਹੈਗਾ। ਤੇ ਇਸ ਤੋਂ ਮੈਂ ਮਨੋਬਲ ਇਸ ਗੱਲ ਤੋਂ ਵੀ ਵਧਿਆ ਕਿ ਜਿਸ ਵੇਲੇ ਇਹਨਾਂ ਨੇ ਐਡਵਾਂਸ ਕੀਤਾ ਤੇ ਪਾਕਿਆਂ ਨੂੰ ਜੋ ਝਟਕਾ ਲੱਗਿਆ ਸੀ ਪਾਕਿਸਤਾਨੀਆਂ ਨੂੰ, ਉਹਨਾਂ ਨੇ ਜਸੌਰ ਦਾ ਬਹੁਤ ਵੱਡੀ ਫੋਰਟਰੈਸ ਸੀਗੀ, ਬਹੁਤ ਵੱਡਾ ਗੜ੍ਹ ਸੀ, ਉਹਨਾਂ ਨੇ ਉਹ ਛੱਡ ਦਿੱਤਾ ਤੇ ਉਹ ਛੱਡ ਕੇ ਉਹ ਜਾ ਕੇ ਖੁੱਲ੍ਹਾ ਜਾ ਕੇ ਬਹਿ ਗਏ। ਉਹਨਾਂ ਨੇ ਬਿਲਕੁਲ ਬਣੇ ਬਣਾਏ ਡਿਫੈਂਸ ਛੱਡ ਕੇ ਚਲੇ ਗਏ ਉੱਥੋਂ। ਮਤਲਬ ਉਹ ਇੱਕ ਉਹਨਾਂ ਨੇ ਆਪਣਾ ਸਟੇਸ਼ਨ ਜਿਹੜਾ ਇੱਕ ਆਪਣੇ ਇੰਡੀਆ ਦੇ ਬਿਲਕੁਲ ਲਾਗੇ ਸੀਗਾ, ਉਹ ਸਟੇਸ਼ਨ ਪੂਰਾ ਛੱਡ ਕੇ ਉੱਥੋਂ ਨੱਠ ਗਏ ਉੱਥੋਂ ਚੱਲ ਕੇ। ਬਿਲਕੁਲ ਜਦ ਪਹੁੰਚੇ ਆਸੇ ਬੰਦੇ ਤੇ ਉਹਨਾਂ ਦੇ ਸੜਕਾਂ ਤੇ ਗੱਡੀਆਂ ਖੜੀਆਂ ਹੋਈਆਂ ਸੀਗੀਆਂ, ਦਰਵਾਜ਼ੇ ਖੁੱਲੇ ਪਏ ਸੀ, ਸਮਾਨ ਸੁੱਟਿਆ ਹੋਇਆ ਸੀ, ਉਹ ਛੱਡ ਕੇ। ਜਸੌਰ ਇੱਕ ਬਹੁਤ ਵੱਡਾ ਕੈਂਟ ਸੀ, ਬਹੁਤ ਵੱਡਾ ਗੜ੍ਹ ਸੀ, ਬਹੁਤ ਡਿਫੈਂਸਿਸ, ਬੜੇ ਮਜ਼ਬੂਤ ਡਿਫੈਂਸਿਸ ਸੀ, ਉਹ ਛੱਡ ਕੇ ਉਹ ਖੁੱਲ੍ਹਾ ਚਲੇ ਗਏ। ਇਟ ਮੀਨਸ ਆਪਾਂ ਉਸ ਤੋਂ ਜਦੋਂ ਅਸੀਂ ਉੱਥੇ ਕਬਜ਼ਾ ਹੋ ਗਿਆ, ਸਾਡਾ ਸਭ ਕੁਝ ਹੋ ਗਿਆ ਜਿੱਦਾਂ ਦੱਸ ਰਹੇ, ਉਸ ਦੇ ਵਿੱਚ ਉਹਨਾਂ ਦੇ ਕੁਝ ਲੋਕ ਵੀ ਉਸ ਸਮੇਂ ਗ੍ਰਿਫਤਾਰ ਹੋਏ ਜਾਂ ਕੁਝ ਕਿਸੇ ਨੇ ਸਰੈਂਡਰ ਕੀਤਾ, ਕੁਝ ਐਸਾ ਹੈ ਕੁਝ? ਨਹੀਂ, ਸਰੈਂਡਰ ਲੋਕਾਂ ਨੇ ਬਹੁਤ ਕੀਤਾ ਜੀ, ਕਿਉਂਕਿ ਹੌਲੇ ਕਰਕੇ ਚੱਲਦੀ ਜਿਹੜੀ ਇੱਥੇ ਸੀ ਗਰੀਬਪੁਰ ਦੀ ਲੜਾਈ ਦੀ ਜੇ ਗੱਲ ਕਰਦੇ ਹੋ, ਤੇ ਉਹਨਾਂ ਦਾ ਜਿਹੜਾ ਹਾਦਸਾ ਹੋਣਾ ਸੀ ਹੋਇਆ ਤੇ ਹੋਇਆ ਹੀ ਹੋਇਆ, ਤੇ ਉਹਨਾਂ ਦੇ ਕੋਈ 10-12 ਬੰਦੇ ਵੀ ਅਸੀਂ PW ਇੱਥੇ ਫੜੇ ਸੀਗੇ। ਬਾਕੀ ਜਿਸ ਤਰ੍ਹਾਂ ਲੜਾਈ ਅੱਗੇ ਵੱਧਦੀ ਗਈ, ਬੁਰਿੰਡਾ 'ਚ ਲੜਾਈ ਹੋਈ, ਉਹਦੇ ਬਾਅਦ ਜਸੌਰ 'ਚ ਲੜਾਈ ਹੋਈ, ਫਿਰ ਦੁਰਗਾ ਬਰਕਤੀ 'ਚ ਲੜਾਈ ਹੋਈ, ਫਿਰ ਰਾਮਨਗਰ ਦਾ ਰੋਡ ਬਲੌਕ ਲੱਗਿਆ, ਉਹਦੇ ਬਾਅਦ ਨੌਪਾਰਾ ਗਏ, ਫਿਰ ਸ਼ੀਰਾਮਨੀ ਸ਼ਾਮਗੰਜ ਦੀ ਲੜਾਈ ਹੋਈ, ਤੇ ਉਹ ਤੇ ਫਿਰ ਹਾਦਸੇ ਹੁੰਦੇ ਗਏ ਤੇ PW ਬੰਦੇ ਗਏ। ਤੇ ਅੱਜ ਅਸੀਂ, ਕਿਉਂਕਿ ਤੁਹਾਡੇ ਨਾਲ ਤੁਸੀਂ ਗੱਲ ਵੀ ਕੀਤੀ ਸੀ, ਅਸੀਂ ਗਰੀਬਪੁਰ ਦੇ ਅੱਜ ਰਵਾਂਗੇ, ਕਿਉਂਕਿ ਸਾਡੇ ਪੰਜਾਬ ਪੁਲਿਸ ਦੇ ਸਰੋਤਿਆਂ ਨੂੰ ਦੱਸਣਾ ਚਾਹੁੰਦੇ ਵੀ ਅਸੀਂ ਇਹਨਾਂ ਦੇ 2-3 ਕੜੀਆਂ ਦੇ ਵਿੱਚ ਪੂਰਾ ਬੰਗਲਾਦੇਸ਼ ਜਿਹੜਾ ਵਾਰ ਹੈ, ਉਹਦੇ ਵਿੱਚ ਇੰਡੀਆ ਦਾ ਕਿਆ ਸਾਡੇ ਆਰਮ ਫੋਰਸ ਦਾ ਕੀ ਰੋਲ ਰਿਹਾ, ਔਰ ਸਾਡਾ ਇਤਿਹਾਸ ਪ੍ਰੋਪਰ ਤਰੀਕੇ ਨਾਲ ਸਾਡੇ ਵਿੱਚ ਆਵੇ, ਉਸ ਦੇ ਲਈ ਅਸੀਂ ਬਾਰ-ਬਾਰ 2-3-4 ਕੜੀਆਂ ਦੀ ਅਸੀਂ ਸੋਚਿਆ। ਕਰਨਲ ਨਿਤਿਨ ਜੀ ਦੇ ਬਾਰੇ ਕਈ ਆਰਟੀਕਲਸ ਲਿਖੇ ਹੈ। ਤੇ ਕਰਨਲ ਨਿਤਿਨ ਜੀ, ਇਸ ਗਰੀਬਪੁਰ ਦੇ ਬਾਰੇ ਤੁਸੀਂ ਬੈਟਲ ਬਾਰੇ ਕੁਝ ਹੋਰ ਸਾਡੇ ਸਰੋਤਿਆਂ ਨੂੰ ਦੱਸਣਾ ਚਾਹੋਗੇ? ਹਾਂਜੀ, ਹੋਇਆ ਕੀ ਸੀ ਕਿ ਜਿਸ ਵੇਲੇ ਇਹ 20 ਤਰੀਕ ਨੂੰ ਇਹ ਸਾਡੀ ਫੌਜਾਂ ਜਿਹੜੀਆਂ ਸੀਗੀਆਂ 14 ਪੰਜਾਬ, ਜਿਹਨੂੰ ਨਾਭਾ ਕਾਲ ਬਟਾਲੀਅਨ ਵੀ ਕਹਿੰਦੇ ਆ, ਉਹ ਤੇ ਸਾਡੀ 40 ਸਕੁਆਡਰਨ ਨੇ ਜਿਸ ਵੇਲੇ ਦਰਿਆ ਪਾਰ ਕੀਤਾ ਤੇ ਗਰੀਬਪੁਰ ਦੇ ਪਿੰਡ ਦੇ ਲਾਗੇ ਪਹੁੰਚ ਗਏ। ਇਹ ਪਿੰਡ ਦੇ ਈਸਟ ਤੇ ਜਾ ਕਰਕੇ ਇਹ ਬੈਠ ਗਏ ਸੀਗੇ, ਆਪਣੇ ਡਿਫੈਂਸਿਸ ਲੈ ਲਈਆਂ ਸੀਗੀਆਂ ਉਹਨਾਂ ਦੀ, ਬਰਾਵੋ ਕੰਪਨੀ, ਅਲਫਾ ਕੰਪਨੀ ਤੇ ਡੈਲਟਾ ਕੰਪਨੀ ਨੇ। ਇਹ ਤਿੰਨੇ ਕੰਪਨੀਆਂ ਨੇ ਜਾ ਕਰਕੇ ਉਹਦੇ ਗਰੀਬਪੁਰ ਦੇ ਈਸਟ ਵਿੱਚ ਡਿਫੈਂਸਿਸ ਲੈ ਲਈਆਂ, ਤੇ ਸਾਡੇ ਟੈਂਕ ਜਿਹੜੇ ਸੀ ਉਹਨਾਂ ਦੇ ਡਿਫੈਂਸਿਸ ਦੇ ਵਿੱਚ ਜਾ ਕੇ ਲੱਗ ਗਏ। ਕਿਉਂਕਿ ਰਾਤ ਹੋ ਚੁੱਕੀ ਸੀਗੀ, ਇਸ ਵਾਸਤੇ, ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਟੈਂਕ ਜਿਹੜੇ ਨੇ ਉਹ ਲੜ ਤੇ ਸਕਦੇ ਨੇ, ਪਰ ਰਾਤੀ ਆਪਣੀ ਪ੍ਰੋਟੈਕਸ਼ਨ ਆਪਣੇ ਆਪ ਨਹੀਂ ਕਰ ਸਕਦੇ, ਇਸ ਲਈ ਉਹਨਾਂ ਨੂੰ ਗਰਾਊਂਡ ਪ੍ਰੋਟੈਕਸ਼ਨ ਦੀ ਲੋੜ ਹੁੰਦੀ ਹੈ। ਠੀਕ ਹੈ। ਜਿਸ ਤੋਂ ਪਹਿਲਾਂ ਮੈਂ ਹੋਰ ਅੱਗੇ ਵਧਾਂ, ਮੈਂ ਤੁਹਾਨੂੰ ਥੋੜਾ ਦੱਸ ਦੇਣਾ, ਜਿਹੜੇ ਸਕੁਆਡਰਨ ਹੁੰਦਾ ਹੈ ਉਹਦੇ ਅੰਦਰ 4 ਟੈਂਕ ਟਰੁੱਪ ਹੁੰਦੇ ਆ। ਓਕੇ। ਹਰ ਟੈਂਕ ਟਰੁੱਪ ਦੇ ਵਿੱਚ 3 ਟੈਂਕ ਹੁੰਦੇ ਆ। ਓਕੇ। ਤੇ 12 ਟੈਂਕ ਇਹ ਹੋ ਗਏ। ਇੱਕ ਹੁੰਦਾ ਸਕੁਆਡਰਨ ਹੈਡਕੁਆਟਰ, ਉਹਦੇ 2 ਟੈਂਕ ਹੁੰਦੇ। ਠੀਕ ਹੈ। ਇਹ ਜਿਹੜੇ ਟੈਂਕ ਟਰੁੱਪ ਸੀਗੇ, ਇਹਦੇ ਉੱਪਰ ਇਹਨਾਂ ਦਾ ਜਿਹੜੇ ਜ਼ਿਆਦਾਤਰ ਅਸੀਂ ਕੋਸ਼ਿਸ਼ ਕਰਨੇ ਆ ਕਿ ਅਫਸਰ ਟਰੁੱਪ ਲੀਡਰ ਹੋਏ, ਪਰ ਨਹੀਂ ਹੋਏ ਤੇ JCO ਟਰੁੱਪ ਲੀਡਰ ਵੀ ਹੋ ਸਕਦਾ। ਠੀਕ ਹੈ। ਇਹਨਾਂ ਦਾ ਜਿਹੜਾ ਸਕੁਆਡਰਨ ਕਮਾਂਡਰ ਸੀ 40 ਸਕੁਆਡਰਨ ਦਾ, ਉਹ ਸੀ ਮੇਜਰ DS ਨਾਰਕ, ਜਿਹੜੇ ਜਿਹਨਾਂ ਨੂੰ MBC ਪ੍ਰਾਪਤ ਹੋਇਆ ਹੈ, ਤੇ ਇਹਨਾਂ ਦੇ ਸਕੁਆਡਰਨ 2 ਸੀ ਕੈਪਟਨ ਬਲਰਾਮ ਮਹਿਤਾ। ਓਕੇ। ਥੋੜਾ ਜਿਹਾ ਹਟ ਕੇ ਤੁਹਾਨੂੰ ਦੱਸ ਦੇਣਾ, ਇਹ ਗਰੀਬਪੁਰ ਦੀ ਲੜਾਈ ਦੇ ਉੱਪਰ ਬ੍ਰਿਗੇਡੀਅਰ ਜਿਹੜੇ ਬਲਰਾਮ ਮਹਿਤਾ ਕੈਪਟਨ ਸੀ, ਹੁਣ ਉਹ ਬ੍ਰਿਗੇਡੀਅਰ ਰਿਟਾਇਰ ਹੋਏ ਨੇ। ਇਹ ਹੁਣ ਪਿਕਚਰ ਬਣ ਰਹੀ ਹੈ, ਬਾਲੀਵੁੱਡ ਦੀ ਮੂਵੀ ਬਣ ਰਹੀ ਹੈ, ਤੇ ਅਗਲੇ ਸਾਲ 6 ਦਸੰਬਰ ਨੂੰ ਰਿਲੀਜ਼ ਹੋਏਗੀ। ਉਹਦਾ ਨਾਮ ਹੈ ਪੀਪਾ, ਕਿਉਂਕਿ ਇਹ ਟੈਂਕ ਜਿਹੜਾ ਸੀ, ਇਹਨੂੰ ਪੀਪਾ ਵੀ ਲੋਕ ਨਾਰਮਲੀ ਪੀਪਾ ਕਹਿੰਦੇ ਸੀ, ਕਿਉਂਕਿ ਇਹਦੀ ਚੱਦਰ ਪਤਲੀ ਸੀਗੀ, ਇਹ ਐਮਫੀਬੀਅਸ ਟੈਂਕ ਸੀ, ਪਾਣੀ ਦੇ ਉੱਪਰ ਤਰ ਸਕਦਾ ਸੀਗਾ। ਓਕੇ। तो अगले साल ਤੁਹਾਨੂੰ 6 ਦਸੰਬਰ ਨੂੰ ਮੂਵੀ ਵੀ ਦੇਖਣ ਨੂੰ ਮਿਲੇਗੀ। ਐਨੀਵੇ, ਟੂ ਕੱਟ ਦ ਸਟੋਰੀ ਸ਼ਾਰਟ, ਜਿਹੜੀ 14 ਪੰਜਾਬ ਨਾਭਾ ਕਾਲ ਸੀਗੇ, ਇਹਨਾਂ ਦੇ ਸੀ ਲੈਫਟੀਨੈਂਟ ਕਰਨਲ RK ਸਿੰਘ, ਉਹਨਾਂ ਨੂੰ ਮਹਾਵੀਰ ਚੱਕਰ ਪ੍ਰਾਪਤ ਹੋਇਆ, ਉਹਨਾਂ ਦੇ CO ਸੀਗੇ। ਤੇ ਇਹ ਜਿਹੜੀ 3 ਕੰਪਨੀਆਂ ਸੀਗੀਆਂ, ਇਹ ਜਾ ਕੇ ਲੱਗ ਗਈਆਂ ਸੀਗੀਆਂ ਉਹਦੇ ਈਸਟ ਵਿੱਚ, ਤੇ ਟੈਂਕ ਵਿੱਚ ਜਾ ਕੇ ਇਹਨਾਂ ਦੇ ਆਪਣੀ ਨਾਈਟ ਪ੍ਰੋਟੈਕਸ਼ਨ ਵਾਸਤੇ ਵਿੱਚ ਲੱਗ ਗਏ ਸੀਗੇ। ਇੱਕ ਇਹਨਾਂ ਦੀ ਕੰਪਨੀ ਜਿਹੜੀ ਸੀ, ਚਾਰਲੀ ਕੰਪਨੀ ਸੀ, ਉਹਨੂੰ ਆਉਣ 'ਚ ਥੋੜੀ ਦੇਰ ਲੱਗ ਗਈ ਤੇ ਰਾਤ ਹੋ ਚੁੱਕੀ ਸੀ, ਤੇ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਜਿੱਥੇ ਹੋ ਅੰਦਰ ਜਾ ਕੇ ਵੜੋ ਨਾ, ਕਿਉਂਕਿ ਅਸੀਂ ਆਪਣਾ ਡਿਫੈਂਸਿਸ ਖੋਦ ਲਿਆ ਤੇ ਤੁਸੀਂ ਕਨਫਿਊਜ਼ਨ ਹੋ ਸਕਦਾ, ਤੁਸੀਂ ਆਪਣੇ ਜਿੱਥੇ ਹੋ ਉੱਥੇ ਆਪਣਾ ਰਾਤ ਗੁਜ਼ਾਰ ਲਓ, ਕੱਲ ਸਵੇਰੇ ਦੇਖਾਂਗੇ। ਤੇ ਉਹ ਜਿਹੜੀ ਕੰਪਨੀ ਸੀ, ਚਾਰਲੀ ਕੰਪਨੀ, ਉਹ ਜਾ ਕਰਕੇ ਗਰੀਬਪੁਰ ਦੇ ਨਾਰਥ ਵਿੱਚ, ਉੱਥੇ ਜਾ ਕਰਕੇ ਉਹ ਜੰਗਲਾਤ ਜਿਹਾ ਸੀਗਾ, ਉੱਥੇ ਜਾ ਕੇ ਉਹ ਲੱਗ ਗਏ ਸੀਗੇ। ਠੀਕ ਹੈ। 21 ਤਰੀਕ ਸਵੇਰੇ 6:15 ਵਜੇ, ਅੱਛਾ ਸੌਰੀ, ਉਸ ਤੋਂ ਪਹਿਲਾਂ ਦੱਸਣਾ ਚਾਹੁੰਦਾ, ਰਾਤੀ ਜਿਹੜਾ ਸੀ ਇਹਨਾਂ ਨੂੰ ਆਵਾਜ਼ਾਂ ਸੁਣਾਈ ਦਿੱਤੀਆਂ,
ਠੀਕ ਕਿ ਹੈ ਵੀ ਕੋਈ ਆ ਰਿਹਾ ਹੈ, ਕੋਈ ਟੈਂਕਾਂ ਟੁੰਕਾਂ ਦੀ ਆਵਾਜ਼ਾਂ ਆ ਰਹੀਆਂ, ਕੁਝ ਮਸ਼ੀਨਾਂ ਗੱਡੀਆਂ ਦੀ ਆਵਾਜ਼ਾਂ ਆ ਰਹੀਆਂ, ਕਿਉਂਕਿ ਪਾਕਿਸਤਾਨ ਨੂੰ ਵੀ ਇਲਮ ਹੋ ਗਿਆ ਸੀ ਕਿ ਕੋਈ ਦੁਸ਼ਮਣ ਦੀ ਟੁਕੜੀ ਅੰਦਰ ਆ ਚੁੱਕੀ ਹੈ। ਉਹਨਾਂ ਨੂੰ ਵੀ ਪਤਾ ਨਹੀਂ ਸੀ ਕਿ ਨਫਰੀ ਕਿੰਨੀ ਹੈ, ਓਕੇ ਇਹ ਉਹਨਾਂ ਨੂੰ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਟੈਂਕ ਵੀ ਹੈਗੇ ਆ। ਠੀਕ ਹੈ ਤੇ ਉਹਨਾਂ ਦਾ ਹੈੱਡਕੁਆਟਰ ਤੋਂ ਹੁਕਮ ਮਿਲਿਆ ਕਿ ਜਾਓ। ਉਹਨਾਂ ਦੀ ਜਿਹੜੀ ਸੀ ਬ੍ਰਿਗੇਡ ਸੀ 107 ਬ੍ਰਿਗੇਡ, ਓਕੇ 107 ਬ੍ਰਿਗੇਡ ਇਸ ਇਲਾਕੇ ਦੀ ਜ਼ਿੰਮੇਵਾਰ ਸੀਗੀ। ਉਹਨਾਂ ਦਾ ਕਮਾਂਡਰ ਸੀ ਬ੍ਰਿਗੇਡੀਅਰ ਮੁਹੰਮਦ ਹਯਾਤ, ਉਹਨਾਂ ਦੇ ਐਸਐਸਜੀ ਦਾ ਸੀ, ਐਸਐਸਜੀ ਕਮਾਂਡੋ ਵਿੰਗ ਦਾ ਸੀਗਾ ਤੇ ਉਹ ਕਮਾਂਡਰ ਸੀ ਉਹਨਾਂ ਦਾ। ਉਹਨਾਂ ਨੂੰ ਬਿਆਨ ਜਾ ਕੇ ਉਹਨੂੰ ਸਾਫ਼ ਕਰੋ, ਇੱਥੋਂ ਕੱਢੋ ਇਹਨਾਂ ਨੂੰ ਬਾਹਰ। ਤੇ ਆਪਣੀ 2 ਬਟਾਲੀਅਨ ਦੀ ਸੀਗੀ ਉਹਨਾਂ ਦੀ, 6 ਪੰਜਾਬ ਤੇ 22 ਫਰੰਟੀਅਰ ਫੋਰਸ, ਇਹਦੀਆਂ 2-2 ਕੰਪਨੀਆਂ ਨਾਲ ਉਹਨਾਂ ਨੇ ਅਗਲੇ ਦਿਨ ਅਟੈਕ ਕਰਨ ਦਾ ਵਿਚਾਰ ਕੀਤਾ। ਤੇ ਰਾਤੀ ਜਿਹੜੇ ਸਾਡੇ ਪੈਟਰੋਲਾਂ ਬਾਹਰ ਗਈਆਂ ਸੀਗੀਆਂ, ਇੱਕ ਕੈਪਟਨ ਗਿੱਲ ਸੀਗੇ 14 ਪੰਜਾਬ ਦੇ, ਉਹ ਗਏ ਸੀ। ਸਾਡਾ ਇੱਕ ਜੇਸੀਓ ਗਿਆ ਸੀ, ਨਾਇਬ ਰਸਲਦਾਰ ਚੱਕਰਵਰਤੀ, ਇਹ ਜਾ ਕੇ ਆਪਣੇ ਰੈਕੀ ਕਰਕੇ ਆਏ ਸੀਗੇ। ਤੇ ਉਹਨੂੰ ਆਵਾਜ਼ਾਂ ਗੋਜਾਂ ਨੇ ਕਨਫਰਮ ਕਰ ਲਿਆ ਕਿ ਗਰੀਪੁਰ ਦੇ ਨਾਰਥ ਈਸਟ ਦੇ ਵਿੱਚ ਕੁਝ ਆਵਾਜ਼ਾਂ ਆ ਰਹੀਆਂ ਤੇ ਇੱਥੇ ਬੰਦੇ ਇਕੱਠੇ ਹੋ ਰਹੇ ਨੇ, ਤੇ ਦੇਖ ਵੀ ਲਿਆ ਕਿ ਟੈਂਕ ਵੀ ਆ ਰਹੇ ਨੇ। ਟੈਂਕ ਨੂੰ ਪਤਾ ਚੱਲ ਗਿਆ ਸੀਗਾ। ਠੀਕ ਹੈ ਤੇ ਜਿਸ ਵੇਲੇ ਇਹ ਸਵੇਰ ਹੋਈ, ਹੁਣ ਸਾਡੀ ਆਰਮਰਡ ਦੀ ਜਿਹੜੀ ਡਰਿਲ ਹੁੰਦੀ ਹੈ ਟੈਂਕਾਂ ਦੀ, ਉਹ ਡਰਿਲ ਇਹ ਹੁੰਦੀ ਹੈ ਕਿ ਸੂਰਜ ਨਿਕਲਣ ਤੋਂ ਪਹਿਲਾਂ ਅਸੀਂ ਜਿੱਥੇ ਵੀ ਲੱਗੇ ਹੁੰਦੇ ਆ ਰਾਤ ਲਈ, ਉਹਨੂੰ ਨਾਈਟ ਹਾਰਬਰ ਕਹਿੰਦੇ ਆ। ਹਾਰਬਰ ਛੱਡ ਕੇ ਆਪਾਂ ਅੱਗੇ ਜਾ ਕੇ ਡਿਪਲੋਏ ਹੋ ਜਾਂਦੇ, ਯਾਨੀ ਕਿ ਫਾਇਰਿੰਗ ਪੋਜੀਸ਼ਨ ਵਿੱਚ ਆ ਜਾਂਦੇ। ਤੇ ਉਹੀ ਹੋਇਆ, ਜਿਸ ਸਵੇਰ ਹੋਣ ਤੋਂ ਪਹਿਲਾਂ ਜਿਹੜੇ ਟੈਂਕ ਸੀਗੇ ਉਹ ਆਪਣੀ ਡਿਫੈਂਸਿਵ ਪੋਜੀਸ਼ਨ ਛੱਡ ਕੇ ਕੋਈ ਇਨਫੈਂਟਰੀ ਦੇ ਜਿਹੜੇ ਮੋਰਚੇ ਖੋਦੇ ਸੀ ਉਹਨਾਂ ਤੋਂ 300 ਮੀਟਰ ਅੱਗੇ ਚਲੇ ਗਏ। ਜਿਸ ਤਰ੍ਹਾਂ ਹੀ ਥੋੜਾ ਜਿਹਾ ਸਵੇਰ ਹੋਣੀ ਸ਼ੁਰੂ ਹੋਈ ਤੇ ਧੁੰਦ ਕਾਫੀ ਸੀਗੀ, ਫੌਗ ਬਹੁਤ ਸੀਗੀ, ਤੇ ਦੁਸ਼ਮਣ ਨੇ ਅਟੈਕ ਪਾਤਾ। ਉਹਨਾਂ ਨੇ ਅਟੈਕ ਜਿਹੜਾ ਸੀ 2 ਤਰਫਾ ਪਾਇਆ। ਇੱਕ ਤੇ ਉਹਨਾਂ ਨੇ ਨਾਰਥ ਤੋਂ ਪਾਇਆ, ਜਿੱਥੇ ਮੈਂ ਤੁਹਾਨੂੰ ਦੱਸਿਆ ਸੀ ਨਾਰਥ ਚਾਰਲੀ ਕੰਪਨੀ ਸੀ ਜਿਹੜੀ ਰਾਤ ਲਈ ਵੇਟ ਕਰ ਰਹੀ ਸੀ, ਉੱਥੋਂ 6 ਪੰਜਾਬ ਨੇ ਅਟੈਕ ਪਾਤਾ। ਤੇ ਜਿੱਥੇ ਜੰਗਲਾਤ ਸੀਗੇ ਨਾਰਥ ਈਸਟ ਤੋਂ, ਜਿੱਥੇ ਆਪਣੇ ਟੈਂਕ ਲੱਗੇ ਸੀ, ਉਹਦੇ ਉੱਪਰ ਉਹਨਾਂ ਨੇ ਅਟੈਕ ਪਾਤਾ 7 ਟੈਂਕਾਂ ਨਾਲ। ਠੀਕ ਹੈ ਤੇ 7 ਟੈਂਕ ਉਹਨਾਂ ਨੇ ਸਾਈਡ ਤੇ ਖੜੇ ਕਰਤੇ। ਇਹਨੂੰ ਕਹਿੰਦੇ ਨਾ, ਇੱਕ ਹੁੰਦਾ ਹੈ ਅਟੈਕਿੰਗ ਫੋਰਸ, ਇੱਕ ਹੁੰਦੀ ਹੈ ਫਾਇਰ ਸਪੋਰਟ। ਯਾਨੀ ਇੱਕ ਪਾਸੋਂ ਆਪਾਂ ਜਿਵੇਂ ਅਟੈਕ ਕਰਦੇ ਤਾਂ ਫਾਇਰ ਸਪੋਰਟ ਦੇ ਰਾਉਂਡ ਪਾਉਂਦੇ, ਅਟੈਕ ਨਹੀਂ ਕਰਦੇ। ਤੇ ਉਹਦੇ ਪਿੱਛੇ ਉਹਨਾਂ ਨੇ ਖੜੀ ਕੀਤੀ 22 ਫਰੰਟੀਅਰ ਫੋਰਸ। ਠੀਕ ਸਰ ਹੁਣ ਜੇ ਮੈਂ ਕਹਾਂ ਕਿ ਜੀ ਇਹੀ 2 ਲੜਾਕੂ ਸੈਨਾ ਸੀਗੀਆਂ ਸਾਡੀਆਂ, 45 ਕੈਵਲਰੀ ਦੀ 40 ਸਕਾਡਨ ਤੇ 14 ਪੰਜਾਬ, ਇਹ ਗਲਤ ਹੋਏਗਾ। ਲੜਾਈ ਬਾਕੀ ਸਭ ਮਿਲ ਕੇ ਲੜਦੇ ਨੇ, ਤੇ ਨਾਲ ਆਰਟਿਲਰੀ ਵਾਲੇ ਵੀ ਸੀਗੇ, ਕਿਉਂਕਿ ਆਰਟੀਲਰੀ ਵੀ ਬਹੁਤ ਵੱਡੀ ਫਾਇਰ ਸਪੋਰਟ ਆਮ ਹੁੰਦੀ ਹੈ। ਤੇ ਜਿਸ ਵੇਲੇ ਉਹਨਾਂ ਦੇ ਅਟੈਕ ਜਿਹੜਾ ਸ਼ੁਰੂ ਹੋਣ ਵਾਲਾ ਸੀਗਾ, ਪਤਾ ਚੱਲ ਗਿਆ ਸੀ, ਉਹਨਾਂ ਨੇ ਖਲੇਰਾ ਪੈ ਗਿਆ ਸੀ, ਤੇ ਉਹਨਾਂ ਨੇ ਆਰਟੀ ਨੇ ਵੀ ਫਾਇਰਿੰਗ ਸ਼ੁਰੂ ਕਰਤੀ। ਠੀਕ ਹੈ ਆਰਟੀ ਦੇ ਫਾਇਰ ਕਰਨ ਦਾ ਇਹ ਫਰਕ ਪਿਆ ਕਿ ਜਿਹੜੇ ਟੈਂਕਾਂ ਦੇ ਪਿੱਛੇ ਇਨਫੈਂਟਰੀ ਸੀਗੀ ਉਹ ਤਿੱਤਰ ਬਿੱਤਰ ਹੋ ਗਈ। 22 ਫਰੰਟੀਅਰ ਫੋਰਸ, ਉਹ ਬੰਦੇ ਤਿੱਤਰ ਬਿੱਤਰ ਹੋ ਗਏ, ਤੇ ਅਟੈਕ ਕਿਸਮ ਦਾ ਖਰਾਬ ਹੋ ਗਿਆ। ਲੇਕਿਨ ਇਹਨਾਂ ਦਾ ਅਟੈਕ ਚੱਲਦਾ ਗਿਆ, ਟੈਂਕ ਆਂਦੇ ਗਏ। ਹੁਣ ਟੈਂਕਾਂ ਦੀ ਇਹ ਚੰਗੀ ਗੱਲ ਹੈ ਕਿ ਜਿਹੜੇ ਟੈਂਕ ਜਿਹੜਾ ਖੜਾ ਹੈ ਉਹਦਾ ਪਤਾ ਨਹੀਂ ਚੱਲਦਾ, ਜਿਹੜਾ ਚੱਲ ਰਿਹਾ ਹੁੰਦਾ ਹੈ ਉਹਦਾ ਧੂਆਂ ਉੱਠਦਾ ਹੈ, ਮਿੱਟੀ ਵੀ ਉੱਡਦੀ ਹੈ, ਤੇ ਉਹ ਪਛਾਣਿਆ ਜਾਂਦਾ। ਤੇ ਇਸ ਲੜਾਈ ਦੇ ਦੌਰਾਨ ਜਿਸ ਵੇਲੇ ਉਹ ਆ ਰਹੇ ਸੀ ਤੇ ਅਸੀਂ ਸਟੈਟਿਕ ਸੀਗੇ, ਉਸ ਦੇ ਵਿੱਚ ਅਸੀਂ ਇਹਨਾਂ ਦੇ 5 ਟੈਂਕ ਬਰਬਾਦ ਕਰਤੇ। ਠੀਕ ਹੈ ਇਹਦੇ ਵਿੱਚ ਜਿਹੜੇ ਮੇਜਰ ਡੀਐਸ ਨਾਰੰਗ ਸਾਹਿਬ ਸੀ, ਇਹਨਾਂ ਨੇ ਬੜੀ ਬਹਾਦਰੀ ਦਿਖਾਈ, ਤੇ ਇਹ ਆਪਣੇ ਟਰਰ ਦੇ ਉੱਪਰ ਵੀ ਖੜੇ ਸੀਗੇ ਤੇ ਲੋਕਾਂ ਨੂੰ ਮੋਟੀਵੇਟ ਵੀ ਕਰ ਰਹੇ ਸੀ। ਤੇ ਇਹਨਾਂ ਦੇ ਚੈਸਟ ਤੇ ਫੇਸ ਦੇ ਉੱਪਰ ਫਾਇਰ ਦਾ MMG ਦਾ ਬਰਸਟ ਆਇਆ, ਤੇ ਇਹਨਾਂ ਦਾ ਇੱਥੇ ਸ਼ਹਾਦਤ ਪ੍ਰਾਪਤ ਹੋਈ ਇਹਨਾਂ ਨੂੰ। ਤੇ ਅਸੀਂ 5 ਟੈਂਕ ਉੱਥੇ ਬਰਬਾਦ ਕਰਤੇ ਦੁਸ਼ਮਣ ਦੇ, ਤੇ ਇੱਕ ਟੈਂਕ ਵਿੱਚੋਂ ਦੀ ਨਿਕਲ ਕੇ ਪਿੱਛੇ ਨੂੰ ਆ ਗਿਆ। ਮੈਂ ਹੁਣ ਜਿਹੜੇ ਉਹ ਦੀ ਕਰ ਰਿਹਾ, ਜਿਹੜੀ ਬਰਾਵੋ ਅਲਫਾ ਡੈਲਟਾ ਕੰਪਨੀ, ਮੈਂ 40 ਕੰਪਨੀ ਦੀ ਗੱਲ ਨਹੀਂ ਕਰ ਰਿਹਾ ਇਸ ਵੇਲੇ, ਜਿਹੜੀ ਨਾਰਥ ਵਿੱਚ ਸੀਗੀ। ਇਹ ਜਿਹੜਾ ਪਿੱਛੇ ਆਇਆ, ਤੇ 14 ਪੰਜਾਬ ਦੇ ਇੱਕ ਨਾਇਕ ਲੇਖ ਰਾਜ ਸੀਗਾ ਮੁੰਡਾ, ਉਹਨੇ RCL ਦਾ ਇਸਤੇਮਾਲ ਕਰਦੇ ਹੋਏ ਇੱਕ ਟੈਂਕ ਉਹਨੇ ਬਰਬਾਦ ਕੀਤਾ, ਜਿਹੜਾ ਪਿੱਛੇ ਟੈਂਕ ਆ ਗਿਆ ਸੀ। ਤੇ ਹੁਣ ਕੀ ਹੋਇਆ, ਹੁਣ ਮੈਂ ਚਾਰਲੀ ਕੰਪਨੀ ਤੇ ਆਣਾ, ਜਿਹੜੀ ਗਰੀਪੁਰ ਦੇ ਨਾਰਥ ਤੇ ਸੀਗੇ, ਜਦੋਂ 6 ਪੰਜਾਬ ਨੇ ਅਟੈਕ ਕੀਤਾ। ਹੁਣ ਦੇਖੋ ਕੁਦਰਤ ਦੀ ਗੱਲ ਦੇਖੋ, ਉਹ ਉਹਨਾਂ ਦੀ ਅਟੈਕਿੰਗ ਵੀ ਪੰਜਾਬ ਬਟਾਲੀਅਨ ਸੀ, ਤੇ ਇੱਥੇ ਡਿਫੈਂਡਿੰਗ ਵੀ ਪੰਜਾਬ ਬਟਾਲੀਅਨ ਸੀਗੀ। ਤੇ ਜਿਸ ਵੇਲੇ ਹੱਲਾ ਹੋਇਆ ਉਹਦੇ ਉੱਪਰ, ਤੇ ਉਹ ਥੋੜੀ ਬਹੁਤ ਆਈਡੈਂਟੀਫਿਕੇਸ਼ਨ ਹੋਈ, ਤਾਂ ਉਹਨਾਂ ਨੇ ਇਹਨੂੰ ਕਿਹਾ ਵੀ ਤੁਸੀਂ ਪੰਜਾਬੀ, ਅਸੀਂ ਪੰਜਾਬੀ, ਸਰੈਂਡਰ ਕਰ ਦਿਓ, ਠੀਕ ਹੈ ਕੁਝ ਨਹੀਂ ਕਹਾਂਗੇ ਤੁਹਾਨੂੰ। ਠੀਕ ਹੈ ਪਰ ਇਹਨਾਂ ਨੇ ਪਿੱਛੋਂ ਟੈਕਟੀਕਲ ਵਿਡਰੋਲ ਕਰਕੇ ਇਹ ਪਿੱਛੇ ਨੂੰ ਆ ਗਏ। ਓਕੇ ਤੇ ਕਾਫੀ ਪਿੱਛੇ ਆ ਗਏ। ਤੇ ਉਹਦੇ ਨਾਲ 6 ਪੰਜਾਬ ਨੇ ਕੀ ਕੀਤਾ, ਜਿਹੜੇ ਕੰਪਨੀਆਂ ਸੀਗੀਆਂ, ਉਹਨਾਂ ਨੇ ਉੱਥੇ ਆਪਣੇ ਰੇਡੀਓ ਸੈਟ ਤੇ ਪਾਸ ਕਰ ਦਿੱਤਾ ਆਪਣੇ ਬ੍ਰਿਗੇਡ ਕਮਾਂਡਰ, 107 ਬ੍ਰਿਗੇਡ ਦੇ ਕਮਾਂਡਰ ਨੂੰ, ਕਿ ਅਸੀਂ ਗਰੀਪੁਰ ਨੂੰ ਕੈਪਚਰ ਕਰ ਲਿਆ। ਓਕੇ ਉਹਨਾਂ ਸੋਚਿਆ ਇਹ ਪਿੱਛੇ ਵਿਡਰੋ ਕਰਕੇ ਆ ਗਏ ਨੇ ਤੇ ਅਸੀਂ ਕੈਪਚਰ ਕਰ ਲਿਆ। ਉਹਨੇ ਕਿਹਾ ਸ਼ਾਬਾਸ਼,
ਉਹ ਹਾਲੇ ਤੱਕ ਉਹਨਾਂ ਨੂੰ ਕਲੀਅਰ ਨਹੀਂ ਹੋਇਆ ਕਿ ਟੈਂਕਾਂ ਦੀ ਪ੍ਰੋਗਰੈਸ ਕਿੰਨੀ ਹੈ। ਉਹਨੇ ਕਿਹਾ ਤੁਸੀਂ ਪਿੱਛੇ ਨਿਕਲੋ ਤੇ ਟੈਂਕ ਆ ਰਹੇ ਨੇ ਤੇ ਉਹ ਜਾ ਕੇ ਤੁਸੀਂ ਪਿੱਛੇ ਆ ਕੇ ਗਰੀਬਪੁਰ ਦੇ ਸਾਊਥ ਵਿੱਚ ਮਿਲਾਪ ਕਰ ਲਓ। ਠੀਕ ਹੈ। ਇਹ ਜਿਸ ਤਰ੍ਹਾਂ ਪਿੱਛੇ ਆਏ ਤੇ ਹੋਇਆ ਕਿ ਜਿਹੜਾ ਬਟਾਲੀਅਨ ਹੈਡਕੁਆਟਰ ਸੀ ਉਹ ਐਕਸਪੋਜ਼ ਹੋ ਗਿਆ 14 ਪੰਜਾਬ ਦਾ, ਕਿਉਂਕਿ ਕੰਪਨੀ ਅੱਗੇ ਸੀਗੀ, ਬਟਾਲੀਅਨ ਹੈਡਕੁਆਟਰ ਪਿੱਛੇ ਸੀਗਾ ਤੇ ਚਾਰਲੀ ਕੰਪਨੀ ਪਿੱਛੇ ਆ ਗਈ ਓਕੇ। ਤੇ ਥੋੜੀ ਜਿਹੀ ਸਮੱਸਿਆ ਹੋ ਗਈ ਸੀ 14 ਪੰਜਾਬ ਨੂੰ ਉਸ ਵੇਲੇ। ਤੇ ਫਿਰ ਉਸ ਵੇਲੇ ਉਹਨਾਂ ਨੂੰ ਫਿਰ ਆਪਣੀ ਕੰਪਨੀ ਨੂੰ ਰੀਡਿਪਲੋਏ ਕਰਨਾ ਪਿਆ, ਤਾਂ ਕਿ ਹੁਣ ਜਿਹੜੇ ਹੁਣ 6 ਪੰਜਾਬ ਆ ਗਈ ਉਹਦੇ ਲੜਨ ਵਾਸਤੇ ਤੇ ਲੱਖ ਕੁਛ ਨਾ ਚਾਹੀਦਾ। ਸੀਓ ਸਾਹਿਬ ਦੇ ਸਾਰੇ ਇਕੱਲੇ ਤੇ ਨਹੀਂ ਖੜੇ ਹੋ ਕੇ ਲੜ ਸਕਦੇ, ਉਹਨਾਂ ਦਾ ਇੰਟਰਸੈਕਸ਼ਨ ਸਿਗਨਲ ਸੈਕਸ਼ਨ ਉਹਨਾਂ ਨੇ ਆਪਣੇ ਰੀਡਿਪਲੋਏ ਕੀਤਾ, ਪਰ ਟਾਈਮ ਲੱਗ ਗਿਆ ਇਹਦੇ ਵਿੱਚ। ਠੀਕ ਹੈ। ਇਹਦੇ ਥੋੜਾ ਜਿਹੜਾ 1.5 ਘੰਟੇ ਦਾ ਵਕਫਾ ਪਿਆ, ਉਹਦੇ ਚ ਜਿਹੜਾ ਹੁਣ ਨਾਰਕ ਸਾਹਿਬ ਤੇ ਸ਼ਹੀਦ ਹੋ ਗਏ ਸੀਗੇ, ਉਹਨਾਂ ਦੇ ਜਿਹੜੇ ਸਕੁਆਡਰਨ 2IC ਸੀ ਕੈਪਟਨ BS ਮਹਿਤਾ, ਠੀਕ ਹੈ, ਉਹਨਾਂ ਨੇ ਕਮਾਨ ਸੰਭਾਲ ਲਈ। ਓਕੇ। ਉਹਨਾਂ ਦੀ ਬੜੀ ਇੱਕ ਮਸ਼ਹੂਰ ਰੇਡੀਓ ਟਰਾਂਸਮਿਸ਼ਨ ਹੈ ਜਿਹੜੀ ਤੁਸੀਂ ਮੂਵੀ ਵਿੱਚ ਵੀ ਸੁਣੋਗੇ। ਉਹ ਕਹਿੰਦਾ, ਹੈਲੋ ਆਲ ਸਟੇਸ਼ਨਸ ਬ੍ਰਾਵੋ 40 ਆਈ ਐਮ ਅਸਿਊਮਿੰਗ ਕਮਾਂਡ, ਰੇਡੀਓ ਸੈੱਟ ਦੇ ਉੱਪਰ, ਕਿ ਬਈ ਸਾਰੇ ਸਟੇਸ਼ਨ ਜਿਹੜੇ ਹੈਗੇ ਰੇਡੀਓ ਸਟੇਸ਼ਨ ਹੈ, ਹੁਣ ਕਮਾਂਡ ਮੇਰੇ ਹੱਥ ਚ ਆ ਗਈ ਹੈ, ਹੁਣ ਇਹਦੇ ਬਾਅਦ ਮੇਰਾ ਹੁਕਮ ਦੇ ਉੱਪਰ ਹੀ ਕਾਰਵਾਈ ਹੋਏਗੀ। ਠੀਕ ਹੈ। ਤੇ ਸੀਓ 14 ਪੰਜਾਬ ਨਾਲ ਮਿਲ ਕੇ ਉਹਨਾਂ ਨੇ ਅਪਰੀਸ਼ੀਏਟ ਕੀਤਾ ਕਿ ਹੁਣ ਜਿਹੜੀ ਖੱਪ ਖਲੇਰਾ ਹੋ ਰਿਹਾ, ਕੋਈ ਅੱਧਾ ਕਿਲੋਮੀਟਰ ਡਾਊਨ ਜਿਹੜਾ ਹੈ ਉਸ ਤੋਂ ਡਾਊਨ ਹੋ ਰਿਹਾ, ਜਿਸ ਤੋਂ ਪਹਿਲੇ ਆਇਆ ਸੀ ਉਹ ਥੱਲੇ ਆ ਰਿਹਾ। ਤੇ ਉਹਨਾਂ ਨੇ ਸੀਓ ਸਾਹਿਬ ਨਾਲ ਗੱਲ ਕਰਕੇ ਆਪਣੇ ਆਪ ਨੂੰ ਸੋਚਿਆ ਕਿ ਹੁਣ ਆਪਾਂ ਜਾ ਕੇ ਰੀਡਿਪਲੋਏ ਕਰਨੇ ਆਪਣਾ ਟੈਂਕਾਂ ਨੂੰ। ਤੋਂ ਟੈਂਕਾਂ ਨੂੰ ਰਾਈਟ ਤੋਂ ਲਿਆ ਕਰਕੇ ਹੋਰ ਉੱਪਰ ਲੈ ਕੇ ਗਏ, ਜਿਸ ਪਾਸੋਂ ਹੁਣ ਲੱਗਦਾ ਸੀ ਕਿ ਅਟੈਕ ਆਉਣ ਵਾਲਾ। ਠੀਕ ਹੈ। ਜਿਸ ਵੇਲੇ ਉੱਥੇ ਜਾ ਰਹੇ ਸੀਗੇ, ਹਾਲੇ ਇਹ ਵੀ ਚੱਲ ਰਹੇ ਸੀ ਤੇ ਉਹ ਵੀ ਚੱਲ ਰਹੇ ਸੀਗੇ, ਉਹਨਾਂ ਦਾ ਅਟੈਕ ਸ਼ੁਰੂ ਹੋ ਗਿਆ। ਉਸ ਵੇਲੇ ਸਾਡਾ ਜਿਹੜੇ 2 ਟੈਂਕ ਸੀਗੇ ਉਹ ਹਿੱਟ ਹੋ ਗਏ। 2 ਟੈਂਕਾਂ ਦਾ ਉਸ ਸਮੇਂ ਨੁਕਸਾਨ ਹੋਇਆ। ਉਸ ਵੇਲੇ ਸਾਡੇ 2 ਟੈਂਕਾਂ ਦਾ ਨੁਕਸਾਨ ਹੋ ਗਿਆ। ਉਹਦੇ ਚ ਸਾਡੇ ਇੱਕ ਸੀਗੇ ਆਪਣੇ ਕੈਪਟਨ, ਉਸ ਵੇਲੇ ਸੀਗੇ ਲੈਫਟੀਨੈਂਟ TS ਸਿੱਧੂ, ਉਹਨੂੰ ਆਪਾਂ ਤੇਜੀ ਸਿੱਧੂ ਕਹਿੰਦੇ ਨੇ, ਇੱਥੇ ਮੋਹਾਲੀ ਰਹਿੰਦੇ ਨੇ। ਠੀਕ ਹੈ। ਉਹਨਾਂ ਦਾ ਗਨਰ ਹਿੱਟ ਹੋਇਆ ਤੇ ਉਹ ਵੀ ਇੰਜਰਡ ਹੋ ਗਏ ਉਹਦੇ ਚ। ਠੀਕ ਹੈ। ਤੇ ਬਲਰਾਮ ਮਹਿਤਾ ਜਿਹੜੇ BS ਮਹਿਤਾ ਸੀ, ਇਹਨਾਂ ਦੇ ਉੱਪਰ ਵੀ ਹਮਲਾ ਹੋ ਸਕਦਾ ਸੀ, ਕਿਉਂਕਿ ਇਹਨਾਂ ਦੀ ਗਨ ਜਿਹੜੀ ਸੀ ਉਹ ਜੈਮ ਹੋ ਗਈ ਉਸੇ ਵੇਲੇ। ਪਰ ਨਾਲ ਵਾਲਾ ਟੈਂਕ ਸੀ, ਉਹਨਾਂ ਨੇ ਫਿਰ ਉਹ ਫਾਇਰ ਕਰਕੇ ਡਿਸਟਰੋਏ ਕਰਤਾ। ਤੇ ਜਿਹੜੇ ਟੈਂਕ ਫਿਰ ਨਿਕਲਦੇ ਆਏ, ਹੋਰ ਹੁੰਦੇ ਹੁੰਦੇ 4 ਟੈਂਕ ਉਹਦੇ ਚ ਉਹਨਾਂ ਦੇ ਡਿਸਟਰੋਏ ਹੋ ਗਏ ਸੀ। ਓਕੇ। ਤੇ ਓਵਰਆਲ ਜੇ ਦੇਖਿਆ ਜਾਏ ਤੇ ਜਿਸ ਵੇਲੇ ਲੜਾਈ ਮੁੱਕੀ ਹੈ, ਹਾਂਜੀ। ਉਸ ਵੇਲੇ ਫਿਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਦਿੱਤਾ ਕਿ 6 ਟੈਂਕ ਆਪਣਾ ਪਹਿਲੀ ਵਾਰ ਚ ਹੋ ਗਏ ਸੀਗੇ, 4 ਇੱਥੇ ਹੋ ਗਏ ਸੀਗੇ, 10 ਟੈਂਕ ਇਹ ਹੋ ਗਏ। ਤੇ ਜਦ ਧੁੰਦ ਛੱਟੀ ਤੇ 3 ਟੈਂਕ ਹੋਰ ਉਹਨਾਂ ਦੇ ਉਹ ਰਨਰ ਟੈਂਕ, ਮਤਲਬ ਬੰਦੇ ਅੰਦਰ ਚਲਦੇ ਹੋਏ ਟੈਂਕ ਛੱਡ ਕੇ ਭੱਜ ਗਏ ਸੀਗੇ, ਬਿਕੋਜ਼ ਉਹਨੂੰ ਸਮਝ ਆ ਗਈ ਸੀ ਆਪਾਂ ਇੱਥੇ ਹੋਰ ਲੜ ਨਹੀਂ ਸਕਦੇ। ਓਕੇ ਸਰ, ਇਹਦੇ ਦਿਸ ਵਿੱਚ ਇਜ਼ ਦ ਬੇਸਿਕ ਬੈਟਲ ਆਫ ਗਰੀਬਪੁਰ। ਸਰ ਇਹਦੇ ਵਿੱਚ ਨਾ ਇੱਕ ਸਾਡੇ ਸਰੋਤੇ ਵੀ ਸਮਝਣਾ ਚਾਹਣਗੇ, ਅਸੀਂ ਵੀ ਸਮਝਣਾ ਚਾਹਾਂਗੇ, ਆ ਜਿਹੜੀ ਬੈਟਲ ਜਿਹੜੀ ਤੁਸੀਂ ਕਹਿੰਦੇ 21 ਨਵੰਬਰ ਸਟਾਰਟ ਹੋਈ, ਇਹਦੀ ਐਂਡ ਵੀ ਹੋਈ 22 ਨੂੰ ਹੋਇਆ, ਤੇ ਲਗਭਗ ਕਿੰਨਾ ਕੁ ਡਿਊਰੇਸ਼ਨ ਰਿਹਾ ਇਸ ਬੈਟਲ ਦਾ? ਟਾਈਮ ਦੇ ਹਿਸਾਬ ਨਾਲ ਦੇਖੀਏ ਡਿਊਰੇਸ਼ਨ ਕਿੰਨਾ ਰਿਹਾ? ਦੇਖੋ ਜੀ, ਸਵੇਰੇ ਜੋ ਫਸਟ ਅਟੈਕ ਜਿਹੜਾ ਆਇਆ ਸੀ ਉਹਨਾਂ ਦਾ, ਉਹ ਸਵੇਰੇ 6:15 ਵਜੇ ਆਇਆ ਸੀ। ਠੀਕ ਹੈ ਜੀ। ਉਹ ਚੱਲਦਾ ਰਿਹਾ, ਛੋਟ-ਫੁੱਟ ਚੱਲਦਾ ਰਿਹਾ। ਜਿਹੜਾ ਸੈਕੰਡ ਅਟੈਕ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ, ਜੇ ਆਪਾਂ ਟੈਂਕ ਮੈਨੂਵਰ ਕਰਕੇ ਆਪਣੇ ਰਾਈਟ ਸਾਈਡ ਤੋਂ ਉੱਪਰ ਨੂੰ ਲੈ ਕੇ ਗਏ ਸੀਗੇ, ਉਹ ਕਰੀਬਨ 9:15 ਵਜੇ ਲੈ ਕੇ ਗਏ ਸੀ। ਠੀਕ ਹੈ। ਤੇ 11:30 ਪੌਣੇ 12 ਤੱਕ ਇਹ ਲੜਾਈ ਚੱਲੀ ਹੈ, ਮਤਲਬ ਲਗਭਗ 5-6 ਘੰਟੇ। ਹਾਂਜੀ, ਮਤਲਬ ਇਹ ਨਹੀਂ ਲਗਾਤਾਰ ਫਾਇਰਿੰਗ, ਛੋਟ-ਫੁੱਟ ਫਾਇਰਿੰਗ ਤੇ ਹੁੰਦੀ ਰਹਿੰਦੀ ਹੈ, ਲੇਕਿਨ ਜਿਹੜਾ ਮੇਨ ਅਟੈਕ ਦੀ ਮੈਂ ਜੇ ਗੱਲ ਕਰਾਂ ਤੇ ਉਹ ਸਵੇਰੇ 6:15 ਆਇਆ ਸੀ, ਉੱਪਰ ਵਾਲਾ ਜੋ ਕਰੀਬਨ 9:30 ਵਜੇ ਆਇਆ ਸੀ। ਮਤਲਬ ਅਸੀਂ 5 ਘੰਟੇ ਦੇ ਵਿੱਚ ਅਸੀਂ ਗਰੀਬਪੁਰ 5 ਘੰਟੇ ਤੁਸੀਂ ਲਾਓ ਕਿ ਇੰਨਾ ਟਾਈਮ ਲੱਗਿਆ ਜੀ। ਕਬਜ਼ਾ ਅਸੀਂ ਕਰ ਲਿਆ ਸੀਗਾ ਪੂਰਾ। ਹਾਂਜੀ, ਉਹਨੇ ਕਬਜ਼ਾ, ਮਤਲਬ ਉਹਨਾਂ ਨੇ ਸਾਡੇ ਉੱਪਰ, ਅਸੀਂ ਤੇ ਕਬਜ਼ਾ ਕਰਕੇ ਬੈਠੇ ਹੋਏ ਸੀ। ਹਾਂਜੀ। ਤੇ ਮਤਲਬ ਕਿ ਇਸ ਜਿਹੜੀ ਵਾਰ ਦੇ ਵਿੱਚ ਤੁਸੀਂ ਦੱਸਿਆ ਸੀ ਆਪਣਾ ਗੱਲ, ਤੁਸੀਂ ਆਪਣੇ ਆਰਟੀਕਲ 'ਚ ਵੀ ਲਿਖਿਆ ਵੀ ਪਾਰਲੀਮੈਂਟ ਦੇ ਵਿੱਚ ਵੀ ਇਹਨੂੰ ਟੇਬਲ ਕੀਤਾ ਗਿਆ। ਉਸ ਤੋਂ ਬਾਅਦ ਇਹਨੂੰ ਆਰਮੀ, ਬੰਗਲਾਦੇਸ਼ ਨੇ ਇਹਨੂੰ ਆਰਮੀ ਡੇ ਵੀ ਮਨਾਉਣਾ ਸ਼ੁਰੂ ਕੀਤਾ 21 ਨਵੰਬਰ ਨੂੰ। ਹਾਂਜੀ, ਆਰਮਡ ਫੋਰਸਿਸ ਡੇ ਮਨਾਉਣਾ ਤਿੰਨੋਂ ਸੈਨਾ ਦਾ। ਤੇ ਤੁਸੀਂ ਆਰਮੀ ਦੇ ਉੱਪਰ ਡਿਫੈਂਸ ਦੇ ਬਾਰੇ ਵੀ ਦੱਸਿਆ। ਤੇ ਉਸ ਸਮੇਂ ਦੇ ਇਟ ਮੀਨਸ ਤਾਂ ਫਿਰ ਉਸ ਸਮੇਂ ਜਿਹੜੀ ਆਪਣੀ ਲੋਕਾਂ ਦੀ, ਜਿਹੜੀ ਇੰਡੀਆ ਦੇ ਉਸ ਸਮੇਂ ਭਾਰਤ ਦੇ ਜਿਹੜੇ ਲੋਕ ਸੀਗੇ, ਉਹਨਾਂ ਦੇ ਵੀ ਤੁਹਾਨੂੰ ਕੁਝ ਇਨਪੁਟਸ ਵਗੈਰਾ ਤੁਹਾਨੂੰ ਕੁਝ ਮਿਲੇ ਹੋਣੇ, ਜਾਂ ਕੁਝ ਤੁਸੀਂ ਆਰਟੀਕਲਸ ਲਿਖਿਆ ਨਹੀਂ ਪਰ ਵੈਸੇ ਕੁਝ ਮਿਲੇ ਹੋਣ, ਤਾਂ ਕੁਝ ਉਹਦਾ ਦਾ ਵੀ ਕੁਝ ਜ਼ਿਕਰ ਕਰ ਸਕਦੇ ਆਪਾਂ, ਕੋਈ ਆਮ ਜਨਰਲ ਪਬਲਿਕ ਦਾ ਜਾਂ ਕਿਸੇ ਉਸ ਸਮੇਂ ਦੇ ਮਾਹੌਲ ਦਾ ਕੋਈ ਜ਼ਿਕਰ ਕਰਨਾ ਚਾਹੀਏ ਤਾਂ ਆਪਾਂ ਕਰ ਸਕਦੇ ਕਰਨ? ਦੇਖੋ ਜੀ, ਉਸ ਵੇਲੇ ਜੋ ਮਾਹੌਲ ਸੀ ਮੁਲਕ ਦਾ, ਉਹ ਇਹ ਸੀਗਾ ਕਿ ਸਭ ਦੀ ਸਿੰਪਥੀ ਬੰਗਲਾਦੇਸ਼ੀ ਨਾਲ ਸੀਗੀ, ਕਿਉਂਕਿ ਇਨਫਲਕਸ ਰਿਫਿਊਜੀਆਂ ਦਾ ਬਹੁਤ ਜਾਣਾ ਹੋਣਾ ਸ਼ੁਰੂ ਹੋ ਗਿਆ ਸੀਗਾ। ਤੁਹਾਨੂੰ ਪਤਾ ਹੀ ਹੈ, about 6 million refugees had come into India by that time। ਤੇ ਇਹ ਜਿਹੜੀ ਕਹਾਣੀ ਸੀ, ਤੁਹਾਨੂੰ ਪਤਾ ਹੀ ਹੈ ਕਿ ਪਹਿਲੇ ਵਾਰ ਪਹਿਲਾਂ ਕਰਨਾ ਚਾਹੁੰਦੇ ਸੀਗੇ ਇੰਦਰਾ ਗਾਂਧੀ ਜੀ,
ਪਰ ਮਾਨਿਕ ਸ਼ਾਹ ਨੇ ਕਿਹਾ ਸੀਗਾ ਕਿ ਮੇਰੀ ਹਾਲੇ ਸਾਡੀ ਫੌਜ ਤਿਆਰ ਨਹੀਂ ਹੈ। ਤਾਂ ਇੱਕ ਕਿਸਮ ਦਾ ਕੰਟਰੀ ਵਾਸ ਆਲਰੇਡੀ ਪ੍ਰੀਪੇਅਰਡ ਫॉर ਵਾਰ। ਓਕੇ, ਜਿਹੜਾ ਪੋਲੀਟੀਕਲ ਮਾਹੌਲ ਜਿਹੜਾ ਸੀ ਉਹ ਇਸ ਪਾਸੇ ਸੀਗਾ ਕਿ ਲੜਾਈ ਹੋ ਸਕਦੀ ਹੈ, ਕਦ ਹੋ ਸਕਦੀ ਹੈ ਇਹ ਟਾਈਮ ਨਹੀਂ ਸੀ ਪਤਾ। ਠੀਕ। ਤੇ ਜਿਹੜੀ 21 ਨਵੰਬਰ ਨੂੰ ਵੀ ਹੋਈ ਹੈ, ਉਹ ਪਾਕਿਸਤਾਨ ਨੇ ਜਿਹੜੇ ਉਹਨਾਂ ਦੇ ਨਿਊਜ਼ਪੇਪਰ 'ਚ ਪੁੱਠੀ ਗੱਲ ਦੱਸੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਕਬਜ਼ਾ ਕੀਤਾ ਬਿਕੋਜ਼ ਉਹ ਨਹੀਂ ਸੀ ਚਾਹੁੰਦੇ ਕਿ ਉਹਨਾਂ ਦੇ ਮੁਲਕ 'ਚ ਇਹਦਾ ਨੈਗੇਟਿਵ ਇੰਪੈਕਟ ਆਏ। ਓਕੇ। ਤੇ ਉਹਨਾਂ ਨੇ ਆਪਣੇ ਮੁਲਕ 'ਚ ਇਹ ਕਿਹਾ ਕਿ ਅਸੀਂ ਉਹਨਾਂ ਦੇ ਜਹਾਜ਼ ਗਿਰਾਤੇ ਨੇ ਤੇ ਅਸੀਂ ਉਹਨਾਂ ਦੇ ਟੈਂਕ ਬਰਬਾਦ ਕਰਤੇ ਨੇ। ਓਕੇ, ਦੈਟ ਇਜ਼ ਵਾਈ ਜਿਹੜੀ 3 ਤਰੀਕ ਨੂੰ ਜਿਹੜੇ ਉਹਨਾਂ ਨੇ ਆਪਣੀ ਸ਼ੁਰੂਆਤ ਕੀਤੀ ਸੀ, ਪਾਕਿਸਤਾਨ ਨੇ 11:30 ਜਿਹੜੇ 에ਅਰਪੋਰਟ ਦੇ ਉੱਪਰ ਬੰਬਾਰਡਮੈਂਟ ਕੀਤੀ ਸੀ, ਲੜਾਈ ਦੀ ਸ਼ੁਰੂਆਤ ਉਹਨਾਂ ਨੇ ਕੀਤੀ ਹੈ 3 ਤਰੀਕ ਨੂੰ। ਦੈਟਸ ਵਾਈ ਸੇ ਦੈਟ ਇਜ਼ ਦ ਆਫੀਸ਼ੀਅਲ ਡੇਟ ਫॉर ਡਿਕਲੇਰੇਸ਼ਨ ਆਫ ਵਾਰ। ਓਕੇ। ਤੇ ਅੱਜ ਕਰਨਲ ਸਾਹਿਬ ਨਿਤਿਨ ਜੀ, ਤੁਸੀਂ ਸਾਨੂੰ ਬਹੁਤ ਚੰਗੀ ਤਰ੍ਹਾਂ ਇਸ ਬੈਟਲ ਬਾਰੇ ਦੱਸਿਆ, ਔਰ ਮੈਨੂੰ ਲੱਗਦਾ ਸਾਡੇ ਪੰਜਾਬ ਪਲਸ ਦੇ ਸਰੋਤਾਂ ਨੂੰ ਵੀ ਕਾਫੀ ਕੁਝ ਅੱਜ ਆਪਣੀ ਆਰਮਡ ਫੋਰਸ ਬਾਰੇ ਜਾਣਕਾਰੀ ਮਿਲੀ ਹੈ ਉਹਨਾਂ ਨੂੰ। ਤੁਸੀਂ ਸਾਡੇ ਵਿੱਚ ਆਏ, ਅਸੀਂ ਦੁਬਾਰਾ ਫਿਰ ਤੁਹਾਨੂੰ ਕਸ਼ਟ ਦੇਵਾਂਗੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਜੈ ਹਿੰਦ, ਵੰਦੇ ਮਾਤਰਮ, ਸਤਿ ਸ੍ਰੀ ਅਕਾਲ। ਥੈਂਕ ਯੂ, ਜੈ ਹਿੰਦ।